ਧੰਨ ਵਾਹਿਗੁਰੂ ਜੀਓ। ਡੰਡੌਤ ਬੰਦਨ ਅਨਕ ਬਾਰ, ਸਰਬ ਕਲਾ ਸਮਰੱਥ। ਡੋਲਣ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਡੋਲਣ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਫਿਰਤ ਫਿਰਤ ਪ੍ਰਭ ਆਇਆ, ਪਰਿਆ ਤਉ ਸ਼ਰਣਾਏ। ਨਾਨਕ ਕੀ ਪ੍ਰਭ ਬੇਨਤੀ, ਆਪਣੀ ਭਗਤੀ ਲਾਏ। ਨਾਨਕ ਕੀ ਪ੍ਰਭ ਬੇਨਤੀ, ਆਪਣੀ ਭਗਤੀ ਲਾਏ। ਧੰਨ ਗਰੀਬ ਨਵਾਜ ਸੱਚੀ ਸਰਕਾਰ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਜਿਨ੍ਹਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਆਪ ਸਮੂਹ ਸਤਸੰਗੀ ਜਨ ਹਾਜ਼ਰੀ ਭਰ ਲਾਹਾ ਪ੍ਰਾਪਤ ਕਰ ਰਹੇ ਹੋ। ਸੋ ਕਰੋ ਕਿਰਪਾ, ਫਤਿਹ ਦੀ ਸਾਂਝ ਪਾਓ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਰੋ ਕਿਰਪਾ ਜੀ, ਮਨ ਬਿਰਤੀਆਂ ਨੂੰ ਇਕਾਗਰ ਕਰੋ ਤੇ ਜਪੋ ਵਾਹਿਗੁਰੂ, 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 ਵਾਹਿਗੁਰੂ। ਆਖੋ ਸਤਿਨਾਮ ਸ੍ਰੀ ਧੰਨ ਗੁਰੂ ਸਾਹਿਬ ਜੀ, ਗੁਰੂ ਨਾਨਕ ਦੇਵ ਮਹਾਰਾਜ, ਜਿਨ੍ਹਾਂ ਦਾ ਪਾਵਨ ਇਤਿਹਾਸ ਆਪ ਜੀ ਹਰ ਰੋਜ਼ ਸਰਵਣ ਕਰ ਰਹੇ ਹੋ। ਜੋ ਸਤਿਗੁਰੂ ਜੀ ਨੇ ਕਲਾ ਵਰਤਾਈ ਹੈ ਜੀਵਨ ਦੇ ਅੰਦਰ, ਗੁਰੂ ਸਾਹਿਬ ਜੀ ਨੇ
ਜੋ ਆਪ ਜੀ ਨੇ ਕੱਲ੍ਹ ਦੇ ਦੀਵਾਨ ਵਿੱਚ ਇਤਿਹਾਸ ਸੁਣਿਆ ਸੀ, ਠੱਗਾਂ ਦਾ ਨਿਸਤਾਰਾ ਕੀਤਾ ਹੈ। ਜਿਨ੍ਹਾਂ ਦਾ ਕੰਮ ਸੀਗਾ ਲੋਕਾਂ ਨੂੰ ਲੁੱਟਣਾ, ਖੋਹਣਾ ਅਤੇ ਮਾਰਨਾ, ਫਿਰ ਉਹਨਾਂ ਦਾ ਧਨ ਲੁੱਟ ਲੈਣਾ। ਇਹ ਇੱਕ ਇਨਸਾਨ ਦੀ ਬਿਰਤੀ ਬਣ ਜਾਂਦੀ ਹੈ। ਜਦੋਂ ਇਨਸਾਨ ਨਿਰਦਈ ਹੋ ਜਾਂਦਾ ਹੈ ਨਾ, ਫਿਰ ਉਹਨੂੰ ਜ਼ਮੀਰ ਦੀ ਆਵਾਜ਼ ਨਹੀਂ ਸੁਣਦੀ। ਪਾਪ 'ਤੇ ਪਾਪ, ਪਾਪ 'ਤੇ ਪਾਪ, ਪਾਪ 'ਤੇ ਪਾਪ ਕਰਦਾ ਜਾਂਦਾ ਹੈ। ਅਤੇ ਜਿਵੇਂ ਆਪਾਂ ਆਮ ਨਹੀਂ ਇੱਕ ਕਿਰਤ ਕਰਦੇ, ਅਤੇ ਉਹ ਕਿਰਤ ਬੰਦੇ ਦਾ ਸੁਭਾਅ ਬਣ ਜਾਂਦਾ ਹੈ। ਉਸੇ ਤਰ੍ਹਾਂ ਮਹਾਰਾਜ ਕਹਿੰਦੇ ਪਾਪ ਹੈ ਤਾਂ ਬੁਰਾ ਹੈ, ਬੜੀ ਬੁਰੀ ਚੀਜ਼ ਹੈ ਇਹ। ਜਿਵੇਂ ਮਹਾਰਾਜ ਨੇ ਕਿਹਾ ਪਾਪ ਬੁਰਾ, ਪਾਪ ਬਹੁਤ ਬੁਰਾ ਹੈ। ਪਰ ਮਹਾਰਾਜ ਕਹਿੰਦੇ ਪਾਪੀ ਕੋ ਪਿਆਰਾ, ਪਾਪੀ ਬੰਦੇ ਨੂੰ ਬਹੁਤ ਪਿਆਰਾ ਲੱਗਦਾ। ਕਿਉਂ? ਉਹਦਾ ਸੁਭਾਅ ਬਣ ਜਾਂਦਾ ਹੈ। ਜਦੋਂ ਸੁਭਾਅ ਬਣ ਜਾਂਦਾ ਹੈ ਅਤੇ ਫਿਰ ਪਾਪ ਪਾਪ ਨਹੀਂ ਉਹਨੂੰ ਦਿਸਦਾ, ਉਹ ਫਿਰ ਇਹਦੀ ਵਿਚਾਰ ਹੀ ਨਹੀਂ ਕਰਦਾ। ਤਾਂ ਅਗਾਂਹ ਫਿਰ ਇਹ ਪਾਪ ਕਰਮ ਇੱਕ ਨਹੀਂ, ਪੀੜ੍ਹੀ ਦਰ ਪੀੜ੍ਹੀ ਚੱਲਦੇ ਰਹਿੰਦੇ। ਪਹਿਲਾਂ ਪਿਓ ਕਰਦਾ, ਫਿਰ ਪੁੱਤ ਕਰਦਾ, ਫਿਰ ਪੋਤਰਾ ਕਰਦਾ। ਇੱਦਾਂ ਦਾਦੇ ਪੜਦਾਦਿਆਂ ਤੋਂ ਗਾਂਹ ਦੀ ਗਾਂਹ ਲੈਣ ਬਣ ਜਾਂਦੀ। ਜਦੋਂ ਪਾਪ ਕਰਨ ਬੰਦੇ ਦਾ ਸੁਭਾਅ ਬਣ ਜਾਏ, ਤਾਂ ਅੱਜ ਦੇ ਸਮਾਜ ਵਿੱਚ ਬਹੁਤਾ ਸੁਭਾਅ ਜਿਹੜਾ ਬੰਦੇ ਦਾ ਹੈ ਨਾ, ਉਹ ਪਾਪ ਕਰਮ ਵਾਲਾ ਹੋ ਰਿਹਾ। ਝੂਠ ਬੋਲਣਾ, ਠੱਗੀਆਂ ਮਾਰਨੀਆਂ, ਧੋਖਾ ਦੇਣਾ, ਚਲਾਕੀਆਂ ਕਰਨੀਆਂ, ਸਵਾਰਥੀ ਹੋ ਜਾਣਾ, ਈਰਖਾ ਵਿੱਚ ਰਹਿਣਾ, ਇਹ ਸਭ ਪਾਪ ਕਰਮ ਨੇ ਜੋ ਬੰਦਾ ਕਰਦਾ ਰਹਿੰਦਾ ਹੈ। ਤਾਂ ਉਹਦੇ ਵਾਸਤੇ ਫਿਰ ਇਨਸਾਨ ਲੁੱਟਾਂ ਖੋਹਾਂ ਕਰਦਾ ਹੈ, ਚਲਾਕੀਆਂ ਕਰਕੇ ਮਾਇਆ ਲਿਆਉਂਦਾ ਹੈ ਅਤੇ ਸੋਚਦਾ ਮੈਂ ਸੁਖੀ ਹੋ ਜਾਵਾਂਗਾ, ਪਰ ਸੁੱਖ ਉਹਦੇ ਜੀਵਨ 'ਚ ਆਉਂਦਾ ਕੋਈ ਨਹੀਂ। ਕਿਉਂਕਿ ਜਿਹਾ ਬੀਜੈ ਸੋ ਲੁਣੈ, ਕਰਮਾ ਸੰਧੜਾ ਖੇਤ। ਇਹ ਜਿਹੜਾ ਸਰੀਰ ਹੈ ਕਰਮਾਂ ਦਾ ਖੇਤ ਹੈ। ਜੇ ਪਾਪ ਬੀਜਾਂਗੇ ਤਾਂ ਦੁੱਖ ਹੀ ਉਗੇਗਾ। ਤਾਂ ਦੁੱਖ ਦਾ ਦੂਜਾ ਕੋਈ ਕਾਰਨ ਨਹੀਂ ਹੈ। ਇਨਸਾਨ ਦੇ ਕੀਤੇ ਹੋਏ ਮੰਦੇ ਕੰਮ ਹੀ ਉਹਨੂੰ ਦੁਖੀ ਕਰਦੇ ਨੇ। ਤਾਂ ਸਤਿਗੁਰੂ ਜੀ ਨੇ ਮਾੜੇ ਕੰਮਾਂ ਤੋਂ ਖਹਿੜਾ ਛਡਾਇਆ, ਕਿਉਂਕਿ ਕੁਸੰਗਤ ਹੀ ਬੰਦੇ ਦਾ ਜੀਵਨ ਵਿਗਾੜਦੀ ਹੈ। ਸਤ ਸੰਗਤ ਹੀ ਇਨਸਾਨ ਨੂੰ ਤਾਰਦੀ ਹੈ। ਸਾਹਿਬ ਜੀ ਨੇ ਕਿਹਾ ਬੁਰੇ ਕੰਮਾਂ ਤੋਂ ਖਹਿੜਾ ਛਡਾਓ, ਰੱਬ ਦੇ ਨਾਲ ਜੁੜੋ, ਰੱਬ ਦਾ ਭੈ ਰੱਖਿਆ ਕਰੋ। ਰੱਬ ਦਾ ਭੈ ਰੱਖਣਾ ਬੜਾ ਜ਼ਰੂਰੀ ਹੈ। ਵੇਖੋ ਅੱਜ ਦੇ ਸਮਾਜ ਨੇ ਨਾ ਪਤਾ ਕੀ ਕੀਤਾ ਹੈ, ਰੱਬ ਦਾ ਡਰ ਆਪਣੇ ਮਨ 'ਚੋਂ ਭੁਲਾ ਦਿੱਤਾ ਹੈ। ਕਿਉਂ ਭੁਲਾਇਆ ਹੈ? ਅੱਜ ਇਨਸਾਨ ਬਹੁਤ ਪੜ੍ਹ ਲਿਖ ਗਿਆ ਹੈ ਅਤੇ ਬੜਾ ਖੋਜੀ ਹੋ ਗਿਆ ਹੈ। ਕਹਿੰਦਾ ਇਹ ਤਾਂ ਸਭ ਵਿਗਿਆਨ ਹੈ, ਭਗਵਾਨ ਨਹੀਂ ਹੁੰਦਾ। ਭਲੇ ਉਹ ਭਗਵਾਨ ਹੁੰਦਾ ਹੈ, ਪਰ ਜਿਵੇਂ ਦਾ ਭਗਵਾਨ ਅਸੀਂ ਜਾਣਦੇ ਹਾਂ ਉਵੇਂ ਦਾ ਭਗਵਾਨ ਨਹੀਂ ਹੈ। ਜਿਵੇਂ ਦੇ ਅਸੀਂ ਕਰਮ ਕਰਦੇ ਨਾ, ਉਹ ਕਰਮ ਦੇ ਅਧੀਨ ਜਿਹੜੀ ਸਜ਼ਾ ਮਿਲਣੀ ਉਹ ਰੱਬ ਵੱਲੋਂ ਹੀ ਹੈ। ਉਹੀ ਤਾਂ ਰੱਬ ਹੈ ਜੋ ਪਾਵਰ ਹੈ, ਜੋ ਸਭ ਨੂੰ ਚਲਾਉਂਦਾ ਹੈ, ਜੋ ਬ੍ਰਹਿਮੰਡਾਂ ਨੂੰ ਬਣਾਇਆ, ਜਿਹਨੇ ਬਿਗ ਬੈਨ ਕੀਤਾ ਹੈ, ਜਿਹਨੇ ਸਾਰਾ ਤਮਾਸ਼ਾ ਕੀਤਾ ਹੈ, ਉਹ ਵਾਹਿਗੁਰੂ ਹੀ ਹੈ ਜਿਹੜਾ ਸਭ ਨੂੰ ਆਪਣੇ ਹੁਕਮ ਵਿੱਚ ਰੱਖ ਰਿਹਾ ਹੈ। ਉਹ ਕੋਈ ਛੋਟੀ ਮੋਟੀ ਹਸਤੀ ਨਹੀਂ ਜਿਹਨੂੰ ਅਸੀਂ ਵੇਖ ਸਕੀਏ, ਸਮਝ ਸਕੀਏ। ਉਹ ਬਹੁਤ ਬੇਅੰਤ ਹੈ, ਪਰ ਹੈ ਜ਼ਰੂਰ। ਆਖੋ ਸਤਿਨਾਮ ਸ਼੍ਰੀ। ਹੈ ਜ਼ਰੂਰ, ਜਿਹੜਾ ਨਾ ਵਿਗਿਆਨ ਦੀ ਪਕੜ 'ਚ ਆਉਂਦਾ ਹੈ, ਨਾ ਇਨਸਾਨ ਦੀ ਪਕੜ 'ਚ ਆਉਂਦਾ ਹੈ। ਸਿਰਫ ਪਕੜ ਪ੍ਰੇਮ ਦੀ ਪਕੜ 'ਚ ਆਉਂਦਾ, ਭਾਵਨਾ ਦੀ ਪਕੜ 'ਚ ਆਉਂਦਾ ਹੈ। ਜਿਹਦੇ ਅੰਦਰ ਭਾਵ ਹੋਏਗਾ, ਪ੍ਰੇਮ ਹੋਏਗਾ, ਉਹੀ ਰੱਬ ਨੂੰ ਮੰਨ ਸਕਦਾ। ਦੂਜਾ ਬੰਦਾ ਕੋਈ ਨਹੀਂ ਮੰਨ ਸਕਦਾ, ਭਾਵੇਂ ਉਹ ਆਪਣੇ ਪੂਰੇ ਬ੍ਰਹਿਮੰਡ ਦਾ ਚੀਰ ਫਾੜ ਕਰ ਲਏ, ਉਹਨੂੰ ਰੱਬ ਨਹੀਂ ਮਿਲੇਗਾ। ਬਸ ਰੱਬ ਦਿਖਦਾ ਹੀ ਭਾਵਨਾ ਨਾਲ ਹੈ, ਪ੍ਰੇਮ ਨਾਲ ਹੈ। ਹੋਰ ਕੋਈ ਦੂਜਾ ਤਰੀਕਾ ਹੀ ਨਹੀਂ ਉਹਨੂੰ ਦੇਖਣ ਦਾ। ਤਾਂ ਰੱਬ ਤਾਂ ਹੈ, ਵਾਹਿਗੁਰੂ ਤਾਂ ਹੈ। ਨਰਕ ਸਵਰਗ ਵੀ ਹੈ, ਇੱਥੇ ਵੀ ਹੈਗੇ ਆ, ਉੱਥੇ ਵੀ ਹੈਗੇ ਆ। ਆਖੋ ਸਤਿਨਾਮ ਸ਼੍ਰੀ। ਇਹ ਲੋਕ ਵੀ ਹੈਗਾ, ਪਰਲੋਕ ਵੀ ਹੈਗਾ, ਸਮਾਂ ਵੀ ਹੈਗਾ, ਸਮੇਂ ਤੋਂ ਪਰੇ ਦੀ ਦੁਨੀਆ ਵੀ ਹੈਗੀ ਹੈ। ਇਹ ਦੋਵੇਂ ਚੀਜ਼ਾਂ ਹੀ ਆ। ਜਿਵੇਂ ਸਰੀਰ ਵੀ ਹੈਗਾ ਅਤੇ ਆਤਮਾ ਵੀ ਹੈਗੀ ਹੈ, ਦਿਨ ਵੀ ਹੈਗਾ ਅਤੇ ਰਾਤ ਵੀ ਹੈਗੀ ਹੈ। ਇਹ ਅਸੀਂ ਵਿਆਖਿਆ ਨਾ ਇੱਕ ਪਾਸੜ ਕਰ ਦਿੰਦੇ ਹਾਂ, ਉਹ ਫਿਰ ਅਧੂਰਾ ਗਿਆਨ ਹੁੰਦਾ ਹੈ। ਜੇ ਧਰਮ ਦੀ ਦੁਨੀਆ 'ਚ ਚਲੇ ਜਾਓ, ਅਗਲੀ ਦੁਨੀਆ ਦੀ ਗੱਲ ਕਰਦੇ ਇਸ ਦੁਨੀਆ ਨੂੰ ਛੱਡ ਦਿੰਦੇ ਆ।
ਜੇ ਵਿਗਿਆਨ ਵਾਲੇ ਪਾਸੇ ਚਲ ਜਾਓ, ਵਿਗਿਆਨ ਇਸ ਦੁਨੀਆ ਦੀ ਗੱਲ ਕਰਦਾ, ਅਗਲੀ ਦੁਨੀਆ ਦੀ ਗੱਲ ਛੱਡ ਦਿੰਦਾ, ਤਾਂ ਉਹ ਦੋਵੇਂ ਹੀ ਕੰਮ ਖਰਾਬ ਹੋ ਜਾਂਦੇ। ਆਖੋ ਸਤਿਨਾਮ ਸ਼੍ਰੀ। ਇਹੀ ਦੁਨੀਆ ਅਗਲੀ ਦੁਨੀਆ ਨਾਲ ਜੋੜਦੀ ਹੈ, ਉਸੇ ਦੁਨੀਆ ਨਾਲ ਇਹ ਦੁਨੀਆ ਜੁੜੀ, ਅਟੈਚਮੈਂਟ ਹੈ। ਇਹਦੇ ਵਿੱਚ ਹੀ ਅਗਲੀ ਦੁਨੀਆ ਹੈ ਅਤੇ ਇਹਦੇ ਵਿੱਚ ਹੁੰਦਿਆਂ ਹੋਇਆਂ ਵੀ ਉਹਦੇ ਤੋਂ ਬਾਹਰ ਹੈ। ਇਹ ਬੜੀ ਅਨੋਖੀ ਗੇਮ ਹੈ, ਕਿਤੇ ਸਮਝ ਆਏਗੀ ਨਾ। ਜਿਵੇਂ ਵੇਖੋ, ਮਾਂ ਦੇ ਪੇਟ ਵਿੱਚ ਬੱਚਾ ਹੈ, ਉਹਦੇ ਤੋਂ ਉਹਦੀ ਹੋਂਦ ਬਣੀ ਹੈ, ਹੋਂਦ ਬਣੀ ਵੀ ਬਾਹਰੋਂ ਹੈ, ਪਰ ਉਹ ਗਰਭ ਵਿੱਚ ਆਇਆ, ਫਿਰ ਉਹਨੂੰ ਬਾਹਰ ਆਉਣਾ ਪੈਂਦਾ ਹੈ। ਆਖੋ ਸਤਿਨਾਮ ਸ਼੍ਰੀ। ਇਸੇ ਤਰ੍ਹਾਂ ਹੀ ਅਸੀਂ ਆਏ ਵੀ ਕਿਤੋਂ ਬਾਹਰੋਂ ਆ, ਇੱਥੇ ਰਹਿੰਦੇ ਹਾਂ ਕੁਝ ਸਮਾਂ, ਬਾਅਦ ਵਿੱਚ ਅਗਾਂਹ ਵੀ ਜਾਣਾ ਹੈ। ਆਖੋ ਸਤਿਨਾਮ ਸ਼੍ਰੀ। ਅਗਾਂਹ ਵੀ ਜਾਣਾ ਹੈ, ਇਹ ਸਾਨੂੰ ਅਜੇ ਪਤਾ ਨਹੀਂ ਹੈ। ਤਾਂ ਵਾਹਿਗੁਰੂ ਹੈ ਜ਼ਰੂਰ, ਪਰਮੇਸ਼ਵਰ ਹੈ ਜ਼ਰੂਰ ਹੈ। ਤਾਂ ਉਹ ਪਰਮੇਸ਼ਵਰ ਕਿਵੇਂ ਦਾ ਹੈ, ਉਹਦੀ ਵਿਆਖਿਆ ਗੁਰਬਾਣੀ ਨੇ ਬਹੁਤ ਵਾਰ ਕੀਤੀ ਹੈ ਅਤੇ ਉਹਦਾ ਡਰ ਦਵਾਇਆ ਹੈ। ਅਤੇ ਇਹ ਡਰ ਰੱਖਣਾ ਬੜਾ ਜ਼ਰੂਰੀ ਹੈ, ਕਿਉਂਕਿ ਭੈ ਤੋਂ ਬਗੈਰ ਭਗਤੀ ਨਹੀਂ ਹੋ ਸਕਦੀ, ਅਤੇ ਭੈ ਤੋਂ ਬਗੈਰ ਇਨਸਾਨ ਮਾੜੇ ਕੰਮਾਂ ਤੋਂ ਵੀ ਨਹੀਂ ਬਚਦਾ। ਇਹ ਭੈ ਬੜਾ ਜ਼ਰੂਰੀ ਹੈ, ਵਾਹਿਗੁਰੂ ਦਾ ਜਿਹੜਾ ਭੈ ਹੈ ਇਹ ਬਹੁਤ ਜ਼ਰੂਰੀ ਹੈ। ਅਤੇ ਕਈ ਲੋਕ ਕਹਿੰਦੇ ਨਹੀਂ ਜੀ ਨਰਕ ਸਵਰਗ ਹੁੰਦਾ ਨਹੀਂ, ਵੈਸੇ ਹੀ ਡਰ ਦਿੱਤਾ ਹੈ। ਭਲੇ ਉਹ ਹੁੰਦਾ ਤਾਂ ਹੈ, ਪਰ ਅਸੀਂ ਨਹੀਂ ਮੰਨਦੇ। ਚਲੋ ਤੁਹਾਡੀ ਗੱਲ ਹੀ ਮੰਨ ਲੈਂਦੇ, ਨਹੀਂ ਹੁੰਦਾ, ਇਹਦਾ ਸਿਰਫ ਡਰ ਦਿੱਤਾ ਹੈ। ਅਤੇ ਭਲੇ ਉਹ ਡਰ ਚੰਗਾ ਜਿਹੜੇ ਮਾੜੇ ਕੰਮਾਂ ਤੋਂ ਰੋਕਦਾ। ਆਖੋ ਸਤਿਨਾਮ ਸ਼੍ਰੀ। ਉਹ ਡਰ ਸਮਾਜ ਨੂੰ ਚਾਹੀਦਾ ਹੈ ਨਾ, ਜਿਹੜਾ ਮਾੜੇ ਕੰਮਾਂ ਤੋਂ ਰੋਕਦਾ ਹੈ। ਅਤੇ ਜਦੋਂ ਤੁਸੀਂ ਡਰ ਹੀ ਖਤਮ ਕਰ ਦਿਓ, ਕਿਸੇ ਬੰਦੇ ਨੂੰ ਕੋਈ ਭੈ ਹੀ ਨਾ ਹੋਵੇ, ਅਤੇ ਬੰਦਾ ਤਾਂ ਪਹਿਲਾਂ ਹੀ ਸ਼ਿਕਾਰੀ ਬਿਰਤੀ ਦਾ ਮਾਲਕ ਹੈ। ਅਤੇ ਸ਼ਿਕਾਰੀ ਉਦੋਂ ਹੀ ਠੰਬਰਦਾ ਜਦੋਂ ਉਹਨੂੰ ਕੋਈ ਡਰ ਹੁੰਦਾ ਹੈ, ਨਹੀਂ ਤਾਂ ਉਹ ਤਾਂ ਵਿਨਾਸ਼ ਹੀ ਕਰਦਾ। ਆਖੋ ਸਤਿਨਾਮ ਸ਼੍ਰੀ। ਵਿਨਾਸ਼ ਕਰਦਾ ਹੈ। ਸੋ ਖੈਰ, ਮਹਾਰਾਜ ਨੇ ਠੱਗਾਂ ਦਾ ਨਿਸਤਾਰਾ ਕੀਤਾ। ਆਪਾਂ ਇਤਿਹਾਸ ਨਾਲ ਸਾਂਝ ਪਾਈਏ ਤਾਂ ਸਤਿਗੁਰੂ ਜੀ ਨੇ ਠੱਗਾਂ ਦਾ ਨਿਸਤਾਰਾ ਕੀਤਾ, ਠੱਗਾਂ ਨੂੰ ਸਿੱਧੇ ਰਸਤੇ 'ਤੇ ਪਾਇਆ ਅਤੇ ਉਹਨਾਂ ਨੂੰ ਵਾਕਈ ਸੰਤ ਬਣਾਇਆ, ਨਾਮ ਬਾਣੀ ਨਾਲ ਜੋੜਿਆ, ਪ੍ਰਣ ਲਿਆ ਉਹਨਾਂ ਤੋਂ ਕਿ ਅੱਜ ਤੋਂ ਬਾਅਦ ਮੰਦੇ ਕੰਮ ਨਹੀਂ ਕਰੋਗੇ। ਅਤੇ ਉਹਨਾਂ ਨੇ ਵਾਕਈ ਹੀ ਗੁਰੂ ਸਾਹਿਬ ਜੀ ਦੇ ਬਚਨਾਂ ਨੂੰ ਮੰਨਿਆ ਅਤੇ ਮਾੜੇ ਪਾਸੇ ਨੂੰ ਤਿਆਗ ਦਿੱਤਾ, ਚੰਗੇ ਪਾਸੇ ਤੁਰ ਪਏ। ਸਾਹਿਬ ਜੀ ਉੱਥੇ ਕੁਝ ਕੁ ਸਮਾਂ ਰਹੇ, ਉਹਨਾਂ ਦੇ ਸੁਭਾਅ ਨੂੰ ਪਰਪੱਕ ਕੀਤਾ ਅਤੇ ਅੱਗੇ ਤੁਰ ਪਏ, ਉਹਨਾਂ ਨੂੰ ਬਾਣੀ ਨਾਲ ਜੋੜਿਆ। ਜਦੋਂ ਵੀ ਗੁਰੂ ਸਾਹਿਬ ਜੀ ਕਿਤੋਂ ਵੀ ਜਾਂਦੇ ਸਨ, ਉਹਨਾਂ 'ਚੋਂ ਕੋਈ ਮਾੜਾ ਮੋਟਾ ਪੜ੍ਹਦਾ ਸੀ ਜਾਂ ਕੁਝ ਵੀ ਸੀਗਾ, ਉਹਨੂੰ ਸਿਖਾ ਦਿੰਦੇ ਸੀ ਸਾਹਿਬ ਜੀ, ਅਤੇ ਉਹਨੂੰ ਬਾਣੀ ਦੇ ਦਿੰਦੇ ਸੀ ਕਿ ਬਾਣੀ ਪੜ੍ਹਿਆ ਕਰੋ, ਸੁਣਿਆ ਕਰੋ। ਇੱਕ ਗੁਰਦੁਆਰਾ ਬਣਾ ਦਿੰਦੇ ਸੀ ਕਿ ਇੱਥੇ ਬਹਿ ਕੇ ਤੁਸੀਂ ਨਾਮ ਜਪਣਾ ਹੈ, ਸਭ ਨੇ ਇਕੱਠਾ ਹੋ ਕੇ ਵਿਚਾਰ ਕਰਨੀ ਹੈ। ਕੋਈ ਇੱਕ ਅੱਧਾ ਢਿੱਲਾ ਪੈਂਦਾ, ਦੂਜੇ ਉਹਨੂੰ ਤਕੜੇ ਹੋ ਕੇ ਕਾਇਮ ਕਰਿਆ ਜੇ। ਇਹ ਸਤ ਸੰਗਤ ਦਾ ਗੜ੍ਹ ਬਣਾਉਂਦੇ ਗਏ ਮਹਾਰਾਜ ਨਾਲੋਂ ਨਾਲ, ਜਿੱਥੇ ਵੀ ਜਾਂਦੇ ਸਨ। ਤਾਂ ਅੱਗੇ ਸਾਹਿਬ ਜੀ ਚਲੇ ਗਏ। ਜਦੋਂ ਅੱਗੇ ਗਏ, ਉੱਥੇ ਅੱਗੇ ਭਾਈ ਸੂਜਾ, ਉਹਨਾਂ ਦਾ ਜ਼ਿਕਰ ਆਉਂਦਾ ਹੈ, ਉਹਨਾਂ ਦਾ ਭਲਾ ਕੀਤਾ। ਇਹ ਬੜੀ ਤਪੱਸਿਆ ਕਰਦਾ ਸੀ, ਪਰ ਅੰਦਰ ਦਾ ਕੋਈ ਟਿਕਾ ਨਹੀਂ ਸੀਗਾ। ਅਤੇ ਇਹਨੂੰ ਮਹਾਰਾਜ ਜੀ ਨੇ ਫਿਰ ਵਾਹਿਗੁਰੂ ਦੀ ਸ਼ਰਨ ਵਿੱਚ ਲੈ ਕੇ ਗਏ, ਨਾਮ ਨਾਲ ਜੋੜਿਆ, ਅੰਦਰ ਨੂੰ ਰਸ ਆਇਆ। ਅਤੇ ਸਤਿਗੁਰੂ ਜੀ ਇੱਕ ਇਹੋ ਜਿਹੀ ਜਗ੍ਹਾ 'ਤੇ ਗਏ ਜਿਹਦੇ ਬਾਰੇ ਇਤਿਹਾਸ ਜ਼ਿਕਰ ਕਰਦਾ ਹੈ ਕਿ ਅੱਗੇ ਪਾਣੀ ਹੀ ਪਾਣੀ ਹੈ, ਅੱਗੇ ਕੋਈ ਜਗ੍ਹਾ ਨਹੀਂ ਹੈ, ਪਾਣੀ ਹੀ ਪਾਣੀ ਸਾਰੇ ਪਾਸੇ ਹੈ। ਅਤੇ ਉਹ ਅਖੀਰਲੇ ਕੰਢੇ 'ਤੇ ਜਿਹੜੀ ਢਾਕੇ ਵਾਲੀ ਸਾਈਡ ਸਾਹਿਬ ਜੀ ਜਾ ਰਹੇ ਨੇ, ਇੱਧਰ ਦੱਖਣ ਨੂੰ ਢਾਕੇ ਵਾਲੀ ਸਾਈਡ, ਤਾਂ ਉੱਥੇ ਹੁਣ ਪਾਣੀ ਹੀ ਪਾਣੀ, ਅੱਗੇ ਕੋਈ ਵੀ ਜਗ੍ਹਾ ਨਹੀਂ ਹੈ। ਅਤੇ ਭਾਈ ਮਰਦਾਨਾ ਜੀ ਕਹਿਣ ਲੱਗੇ, ਮਹਾਰਾਜ ਇੱਥੋਂ ਅੱਗੇ ਕਿੱਥੇ ਜਾਣਾ ਹੈ? ਅਤੇ ਸਾਹਿਬ ਜੀ ਥੋੜ੍ਹਾ ਜਿਹਾ ਮੁਸਕਰਾ ਕੇ ਕਹਿਣ ਲੱਗੇ, ਮਰਦਾਨਿਆਂ ਵੇਖ ਰੰਗ ਕਰਤਾਰ ਦੇ, ਤੂੰ ਕਰਤਾਰ ਦੇ ਰੰਗ ਵੇਖ, ਉਹ ਕੀ ਕਰਦਾ ਹੈ। ਤਾਂ ਸਤਿਗੁਰੂ ਜੀ ਉੱਥੇ ਖੜ੍ਹੇ ਸਨ। ਇੰਨੇ ਚਿਰ ਨੂੰ ਇੱਕ ਬੇੜੀ 'ਤੇ ਮਲਾਹ ਆਇਆ, ਕੁਝ ਗੁਰਮੁਖ ਪਿਆਰੇ ਰੂਹਾਂ ਆਈਆਂ। ਉਹ ਰੱਬ ਦੇ ਪਿਆਰੇ ਆਏ ਅਤੇ ਗੁਰੂ ਸਾਹਿਬ ਜੀ ਨੂੰ ਆ ਕੇ ਨਮਸਕਾਰ ਕੀਤੀ ਅਤੇ ਮਹਾਰਾਜ ਜੀ ਨੂੰ ਨਾਲ ਲੈ ਗਏ, ਬੇੜੀ 'ਤੇ ਚੜ੍ਹਾ ਕੇ ਭਾਈ ਮਰਦਾਨਾ ਜੀ ਨੂੰ ਨਾਲ ਲੈ ਗਏ। ਉਹ ਇੱਕ ਜਗ੍ਹਾ 'ਤੇ ਗਏ, ਇੱਕ ਟਾਪੂ ਸੀ, ਇੱਕ ਲੈਂਡ ਸੀਗੀ, ਇੱਕ ਲੈਂਡ ਬਣੀ ਹੋਈ, ਇੱਕ ਟਾਪੂ ਬਣਿਆ ਹੋਇਆ। ਤਾਂ ਉਸ ਥਾਂ 'ਤੇ ਚਲੇ ਗਏ ਮਹਾਰਾਜ ਜੀ। ਜਦੋਂ ਉੱਥੇ ਗਏ, ਸੋਹਣੇ ਪਹਾੜ ਨੇ, ਪਰ ਉਹਦਾ ਇੱਕ ਰਸਤਾ ਗੁਫਾ ਦੇ ਵਿੱਚੋਂ ਦੀ ਹੋ ਕੇ ਜਾਂਦਾ ਹੈ, ਜਿੱਥੇ ਹਨੇਰਾ ਹੀ ਹਨੇਰਾ ਸੀਗਾ।
ਕੁਝ ਸਮਾਂ ਚੱਲਣ ਤੋਂ ਬਾਅਦ ਹਨੇਰਾ ਮੁੱਕ ਗਿਆ। ਅੱਗੇ ਬਹੁਤ ਵਧੀਆ ਸੋਹਣੇ ਰੁੱਖ, ਪਾਣੀ ਦੇ ਝਰਨੇ ਵਗਦੇ ਪਏ ਆ, ਪੰਛੀ ਚਹਿ ਚਹਾਉਂਦੇ ਪਏ ਆ, ਸਾਰੇ ਪਾਸੇ ਬੜਾ ਖੇੜਾ ਹੈ, ਫੁੱਲ ਖਿੜੇ ਹੋਏ, ਐ ਪੰਛੀ ਪਸ਼ੂ ਨੱਚਦੇ ਟੱਪਦੇ ਗਾਉਂਦੇ। ਤੇ ਇੱਕ ਸਾਫ ਸੁਥਰੀ ਜਗ੍ਹਾ ਬਣੀ ਹੋਈ ਜਿੱਥੇ ਰੱਬ ਦੇ ਪਿਆਰੇ ਗੁਰਮੁਖ ਬੈਠੇ ਹੋਏ, ਜਿਹੜੇ ਬਾਣੀ ਪੜ੍ਹਨ ਵਾਲੇ, ਰੱਬ ਦੀ ਇਬਾਦਤ ਕਰਨ ਵਾਲੇ ਨੇ। ਤੇ ਉੱਥੇ ਉਹਨਾਂ ਦੇ ਕੋਲ ਜੋ ਵੀ ਪ੍ਰਬੰਧ ਹੈ ਵਾਹਿਗੁਰੂ ਪਰਮੇਸ਼ਵਰ ਨੇ ਕੀਤਾ ਹੈ, ਖਾਣ ਦਾ ਸਭ ਕੁਝ ਉੱਥੇ ਬੀਜਦੇ, ਉੱਥੇ ਹੀ ਉਹ ਖਾ ਲੈਂਦੇ ਆ। ਬੜੇ ਪਿਆਰ ਨਾਲ ਇੱਕ ਸਵਰਗ ਦੀ ਧਰਤੀ 'ਤੇ ਰਹਿ ਰਹੇ, ਜਿੱਥੇ ਕਿਸੇ ਨਾਲ ਨਫ਼ਰਤ ਨਹੀਂ ਹੈ। ਤੇ ਗੁਰੂ ਸਾਹਿਬ ਜੀ ਉੱਥੇ ਉਹਨਾਂ ਦੇ ਇੱਕ ਮੁਖੀ ਨੂੰ ਮਿਲੇ, ਜਿਹਦਾ ਨਾਮ ਰਾਮਦਾਸ ਸੀਗਾ। ਇਹਨੂੰ ਮਹਾਰਾਜ ਮਿਲੇ, ਇਹਨਾਂ ਦਾ ਨਾਮ ਰਾਮਦਾਸ ਕਰਕੇ ਆਇਆ ਹੈ। ਤੇ ਸਤਿਗੁਰੂ ਜੀ ਇਹਨੂੰ ਮਿਲੇ, ਇਹਦੇ ਨਾਲ ਫਿਰ ਮਹਾਰਾਜ ਅਗਾਂਹ ਥੋੜ੍ਹਾ ਜਿਹਾ ਹੋਰ ਥਾਂ ਸੀ, ਉੱਥੇ ਚਲੇ ਜਾਂਦੇ ਸੀ। ਇਹ ਸਾਰੇ ਪਿੱਛੇ ਰਹਿ ਜਾਂਦੇ ਸੀਗੇ। ਤੇ ਭਾਈ ਮਰਦਾਨਾ ਜੀ ਵੀ ਉਹਨਾਂ ਗੁਰਮੁਖਾਂ ਦੇ ਕੋਲ ਰਹਿ ਜਾਂਦੇ ਸੀਗੇ। ਤੇ ਸਤਿਗੁਰੂ ਜੀ ਉਹਦੇ ਨਾਲ ਕੁਝ ਸਮਾਂ ਫਿਰ ਸਵੇਰੇ ਜਾਂਦੇ, ਸ਼ਾਮ ਨੂੰ ਆਉਂਦੇ। ਤੇ ਭਾਈ ਮਰਦਾਨਾ ਜੀ ਨੇ ਪੁੱਛਿਆ, ਮਹਾਰਾਜ ਕਿੱਥੇ ਜਾਂਦੇ ਹੋ? ਮਹਾਰਾਜ ਨੇ ਕਿਹਾ ਕਿ ਸ਼ਬਦ ਰੰਗਾਏ, ਸ਼ਬਦ ਵਿੱਚ ਰੰਗੇ ਗਏ ਆ, ਸੱਚੀ ਦਰਗੇ ਮਹਿਲ ਬੁਲਾਏ। ਉਸ ਸੱਚੀ ਦਰਗਾਹ ਦੇ ਵਿੱਚ ਮਹਿਲ 'ਚ ਸਾਨੂੰ ਬੁਲਾ ਲਿਆ ਜਾਂਦਾ ਹੈ। ਆਖੋ ਸਤਿਨਾਮ ਸ਼੍ਰੀ। ਉਹਦਾ ਮਹਿਲ ਵੀ ਹੈ ਜਿੱਥੇ ਜਾਣਾ ਹੈ। ਇੱਕ ਰੱਬ ਦੀ ਵੀ ਜਗ੍ਹਾ ਜਿਹਨੂੰ ਮਹਾਰਾਜ ਨੇ ਕਿਹਾ, ਬੇਗਮਪੁਰਾ ਸ਼ਹਿਰ ਕੋ ਨਾਉ, ਦੁੱਖ ਅੰਧੋ ਨਹੀਂ ਤੋਂ ਤੇ ਠਾਉ। ਇੱਥੇ ਵੀ ਉਹ ਬਣਦਾ ਹੈ, ਉੱਥੇ ਵੀ ਉਹ ਬਣਦਾ ਹੈ, ਇੱਕ ਅਵਸਥਾ ਵੀ ਹੈ। ਇਹ ਸਭ ਕੁਝ ਹੈ ਤਾਂ ਸਹੀ, ਪਰ ਅਸੀਂ ਵਿਆਖਿਆ ਦੀ ਆਪਣੇ ਹਿਸਾਬ ਨਾਲ ਕਰ ਲੈਂਦੇ ਹਾਂ। ਆਖੋ ਸਤਿਨਾਮ ਸ਼੍ਰੀ। ਵਿਆਖਿਆ ਆਪੋ ਆਪਣੇ ਹਿਸਾਬ ਨਾਲ। ਇੱਕ ਮਨ ਦੀ ਅਵਸਥਾ ਵੀ ਹੈ ਬੇਗਮਪੁਰੇ ਦੀ, ਇੱਕ ਸਰੀਰ ਦੀ ਅਵਸਥਾ ਵੀ ਬਣਦੀ ਹੈ, ਇੱਕ ਸਮਾਜ ਨੂੰ ਬਣਾਉਣ ਦਾ ਪ੍ਰਯੋਜਨ ਵੀ ਮਹਾਰਾਜ ਦਾ ਬੇਗਮਪੁਰੇ ਦਾ ਹੈ। ਪਰ ਇੱਕ ਆਲਰੇਡੀ ਹੀ ਬੇਗਮਪੁਰਾ ਹੈ ਜਿਹਨੂੰ ਸੱਚਖੰਡ ਕਿਹਾ ਜਾਂਦਾ ਹੈ। ਆਖੋ ਸਤਿਨਾਮ ਸ਼੍ਰੀ। ਇੱਕ ਆਲਰੇਡੀ ਹੀ ਹੈ, ਪਹਿਲਾਂ ਹੀ ਹੈ, ਜਿਹਨੂੰ ਸੱਚਖੰਡ ਕਿਹਾ ਜਾਂਦਾ, ਜਿਹਨੂੰ ਕਿਹਾ ਸੱਚਖੰਡ ਵਸੈ ਨਿਰੰਕਾਰ। ਤਾਂ ਉਹ ਦੁਨੀਆ ਦੇ ਵਿੱਚ ਹੀ ਹੈ, ਇੱਥੇ ਵੀ ਹੈ, ਇੱਦੋਂ ਬਾਹਰ ਵੀ ਹੈ ਤਾਂ ਹੈ। ਪਰ ਮੈਂ ਪਹਿਲਾਂ ਕਹਿ ਦੇਵਾਂ, ਜਿੰਨੀ ਕੁ ਸਾਨੂੰ ਸਮਝ ਹੈ ਅਸੀਂ ਓਨਾ ਕੀ ਬਿਆਨ ਕਰ ਸਕਦੇ ਹਾਂ। ਆਖੋ ਸਤਿਨਾਮ ਸ਼੍ਰੀ। ਜਿੰਨਾ ਕੁ ਅਸੀਂ ਵੇਖਿਆ ਓਨਾ ਕੀ ਦੁਨੀਆ ਨੂੰ ਜਾਣਦੇ ਆ ਨਾ, ਕਿਉਂਕਿ ਇਹ ਤਾਂ ਸਾਡੇ ਗਿਆਨ ਦੀ ਸੀਮਾ ਹੈ। ਕੋਈ ਬ੍ਰਹਿਮੰਡ ਦੀ, ਕੋਈ ਦੁਨੀਆ ਦੀ ਕੋਈ ਥੋੜ੍ਹੀ ਸੀਮਾ ਹੈ। ਬੰਦਾ ਪਹਿਲਾਂ ਆਪਣੀ ਧਰਤੀ ਬਾਰੇ ਜਾਣਦਾ ਸੀ, ਉਹ ਇੱਥੇ ਰਹਿੰਦਾ ਸੀ, ਕਹਿੰਦਾ ਸੀ ਆਹੀ ਧਰਤੀ ਹੁੰਦੀ, ਹੋਰ ਕਿਹੜਾ ਕੋਈ ਹੁੰਦਾ ਹੈ। ਉਹ ਚੰਦ ਸੂਰਜ ਨੂੰ ਇੱਕ ਦੀਵੇ ਸਮਝਦਾ ਹੁੰਦਾ ਸੀਗਾ, ਪਰ ਇਹ ਤਾਂ ਬਹੁਤ ਵੱਡੇ। ਆਖੋ ਸਤਿਨਾਮ ਸ਼੍ਰੀ। ਇਨਸਾਨ ਦੀ ਸਮਝ ਸੀ ਨਾ। ਇਨਸਾਨ ਧਰਤੀ ਨੂੰ, ਇੰਨੀ ਕੁ ਧਰਤੀ ਨੂੰ ਆਪਣਾ ਮੰਨ ਕੇ ਬੈਠਾ ਸੀ, ਅਤੇ ਉਹ ਸੂਰਜ ਤਾਰਿਆਂ ਨੂੰ ਛੋਟੇ ਛੋਟੇ ਮੰਨਦਾ ਸੀਗਾ। ਪਰ ਇਹ ਧਰਤੀ ਤੋਂ ਤਾਂ ਵੀ ਕਈ ਧਰਤੀਆਂ ਹੋਰ, ਗਾਂ ਦੀ ਗਾਂ, ਗਾਂ ਦੀ ਗਾਂ, ਗਾਂ ਦੀ ਗਾਂ, ਗਾਂ ਦੀ ਗਾਂ, ਕੋਈ ਇਹਦਾ ਅੰਤ ਹੀ ਨਹੀਂ ਹੈ। ਅਰਬਾਂ ਖਰਬਾਂ, ਕਿੰਨਾ ਹੀ ਕਿੰਨਾ ਗਾਂ ਦੀ ਗਾਂ, ਗਾਂ ਦੀ ਗਾਂ, ਅੰਦਾਜ਼ਾ ਹੀ ਨਹੀਂ ਲਾਇਆ ਜਾ ਸਕਦਾ। ਜਿੱਥੋਂ ਲਾਈਟ, ਜਿੱਥੋਂ ਤੱਕ ਰੋਸ਼ਨੀ ਵੀ ਨਹੀਂ ਜਾਂਦੀ, ਜਿੱਥੋਂ ਤੱਕ ਸਾਡੀ ਨਿਗਾਹ ਵੀ ਨਹੀਂ ਜਾਂਦੀ, ਸਮਝ ਵੀ ਨਹੀਂ ਜਾਂਦੀ, ਉਹਦੇ ਤੋਂ ਵੀ ਪਰੇ ਤੋਂ ਪਰੇ ਹੈ ਧਰਤੀ। ਹੋਰ ਪਰੇ, ਹੋਰ 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 ਦੀ ਹੋਰ। ਤਾਂ ਕੋਈ ਮੁੱਕਣ ਵਾਲਾ ਹੈ? ਆਖੋ ਸਤਿਨਾਮ ਸ਼੍ਰੀ। ਕੋਈ ਮੁੱਕਣ ਵਾਲਾ ਨਹੀਂ ਇਹ ਦਾਇਰਾ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਹਾ, ਮਹਾਰਾਜ ਕਹਿਣ ਲੱਗੇ ਕਿ ਵੇਖੋ ਭਲਿਓ, ਇੱਥੇ ਹੈ ਤਾਂ ਸਭ ਕੁਝ ਵਾਹਿਗੁਰੂ ਹੀ ਹੈ, ਪਰ ਅਸੀਂ ਜਾਣਦੇ ਨਹੀਂ ਹਾਂ, ਉਹਨੂੰ ਮਾਣਦੇ ਨਹੀਂ ਹਾਂ। ਕਿਉਂਕਿ ਸਾਡੀ ਸਮਝ ਦੀ ਇੱਕ ਸੀਮਾ ਹੈ, ਦਾਇਰਾ ਹੈ। ਉਹਦੇ ਤੋਂ ਬਾਹਰ ਇਨਸਾਨ ਨਹੀਂ ਸੋਚਦਾ। ਕਿਉਂ ਨਹੀਂ ਸੋਚਦਾ? ਕਿਉਂਕਿ ਆਪਣੀ ਸਮਝ ਨੂੰ ਹੀ ਸਭ ਤੋਂ ਮਹਾਨ ਮੰਨ ਰਿਹਾ ਹੈ। ਅਤੇ ਜਿਹੜਾ ਵਿਗਿਆਨਕ ਕਵੇ ਜੋ ਮੈਂ ਕਹਿ ਦਿੱਤਾ ਉਹ ਐਂਡ ਹੈ, ਉੱਥੇ ਫਿਰ ਵਿਕਾਸ ਰੁਕ ਜਾਏਗਾ। ਤੁਸੀਂ ਇਹ ਹਮੇਸ਼ਾ ਯਾਦ ਰੱਖਣਾ। ਜਿਹੜਾ ਟੀਚਰ ਕਹੇਗਾ ਜਿਹੜੀ ਗੱਲ ਮੈਂ ਸਿਖਾ ਦਿੱਤੀ ਇਹ ਐਂਡ ਹੈ, ਉੱਥੇ ਬੱਚਿਆਂ ਦਾ ਵਿਕਾਸ ਰੁਕ ਜਾਏਗਾ। ਕੋਈ ਕਾਰੀਗਰ ਕਹਿ ਦੇਵੇ ਜਿਹੜੀ ਮੈਂ ਮਕੈਨਿਕੀ ਤੈਨੂੰ ਸਿਖਾ ਦਿੱਤੀ ਇਹ ਐਂਡ ਹੈ, ਉੱਥੇ ਉਹਦਾ ਵੀ ਵਿਕਾਸ ਰੁਕ ਜਾਏਗਾ। ਕੋਈ ਸੰਗੀਤਕਾਰ ਕਹਿ ਦੇਵੇ ਮੈਂ ਤੈਨੂੰ ਜਿਹੜਾ ਸੰਗੀਤ ਸਿਖਾ ਦਿੱਤਾ ਇਹ ਐਂਡ ਹੈ, ਉੱਥੇ ਉਹਦੀ ਸੰਗੀਤ ਦੀ ਕਲਾ ਵੀ ਰੁਕ ਜਾਏਗੀ। ਜਿੱਥੇ ਤੁਸੀਂ ਗਿਆਨ ਦੇ ਉੱਤੇ ਫੁੱਲ ਸਟਾਪ ਲਾ ਦੋਗੇ ਨਾ,
ਉੱਥੇ ਉਹ ਗਿਆਨ ਰੁਕ ਜਾਏਗਾ। ਅੱਜ ਵੀ ਸਾਡੇ ਸਿੱਖਾਂ ਦੇ ਵਿੱਚ ਹੈ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਗਿਆਨ ਦਾ ਭੰਡਾਰ ਹੈ, ਜਿੰਨਾ ਮਰਜ਼ੀ ਖੋਜੀ ਜਾਓ, ਪਰ ਕੁਝ ਸੰਪਰਦਾਈ ਲੋਕਾਂ ਨੇ ਟੀਕਿਆਂ ਦੇ ਉੱਤੇ ਫੁੱਲ ਸਟਾਪ ਲਾ ਦਿੱਤਾ ਕਿ ਇਸ ਤੋਂ ਬਾਹਰ ਨਹੀਂ ਵੇਖਣਾ, ਤੇ ਉਹ ਗਿਆਨ ਦੀ ਸੀਮਾ ਅਸੀਂ ਬੰਨ੍ਹ ਕੇ ਰੱਖ ਦਿੱਤੀ। ਆਖੋ ਸਤਿਨਾਮ ਸ਼੍ਰੀ। ਗਿਆਨ ਦੀ ਸੀਮਾ, ਗਿਆਨ ਦੀ ਕੋਈ ਸੀਮਾ ਹੀ ਨਹੀਂ ਹੈ। ਵੇਖੋ ਗਾਂ ਦੀ ਗਾਂ ਹੈ, ਗਾਂ ਦੀ ਗਾਂ, ਨਾਲੇ ਕਹਿੰਦੇ ਆ ਬਾਣੀ ਅਗਾਧ ਬੋਧ ਹੈ। ਜਿੰਨੀ ਪੁਰਾਤਨ ਸਮੇਂ ਸਿੰਘਾਂ ਨੂੰ ਸਮਝ ਪਈ ਉਹਨਾਂ ਉਸ ਹਿਸਾਬ 'ਤੇ ਕਮਾ ਲਿਆ, ਜਿੰਨੀ ਅੱਜ ਮਹਾਰਾਜ ਸਾਨੂੰ ਸਮਝ ਪਾ ਰਿਹਾ ਸਾਨੂੰ ਉਸ ਹਿਸਾਬ 'ਤੇ ਕਮਾਉਣੀ ਪੈਣੀ। ਆਖੋ ਸਤਿਨਾਮ ਸ਼੍ਰੀ। ਗੱਲ ਤਾਂ ਇਹ ਗੁਰਬਾਣੀ ਤਾਂ ਭੂਤ ਭਵਿੱਖ ਤਿੰਨਾਂ ਕਾਲਾਂ ਦੀ ਤਰ੍ਹਾਂ ਦਰਸ਼ੀ ਗੁਰਬਾਣੀ ਹੈ, ਪਰ ਅਸੀਂ ਉਹਨੂੰ ਇੱਕ ਦਾਇਰੇ 'ਚ ਮਿਥ ਲੈਂਦੇ ਹਾਂ। ਕੋਈ ਆਪਣੇ ਵਿਆਕਰਣ ਦੇ ਵਿੱਚ ਬੰਨ੍ਹ ਕੇ ਰੱਖਦਾ ਹੈ ਗੁਰਬਾਣੀ ਨੂੰ, ਕੋਈ ਆਪਣੀ ਸੰਪਰਦਾਈ ਮੱਤ ਦੇ ਵਿੱਚ ਉਹਨੂੰ ਬਾਣੀ ਨੂੰ ਬੰਨ੍ਹ ਕੇ ਰੱਖਦਾ ਹੈ, ਪਰ ਗੁਰਬਾਣੀ ਇਸ ਸਾਡੇ ਵਿਆਕਰਣ ਅਤੇ ਸੰਪਰਦਾਈ ਟੀਕਿਆਂ ਤੋਂ ਬਾਹਰ ਹੀ ਹੈ। ਆਖੋ ਸਤਿਨਾਮ ਸ਼੍ਰੀ। ਉਹਨੂੰ ਪ੍ਰੇਮ ਨਾਲ, ਭਾਵ ਨਾਲ, ਸ਼ਰਧਾ ਨਾਲ ਸਮਝਣਾ ਪਏਗਾ, ਤਾਂ ਸਮਝ ਆਉਣੀ ਹੈ, ਨਹੀਂ ਤਾਂ ਅਸੀਂ ਗੁਰਬਾਣੀ ਦੇ ਅਰਥ ਆਪਣੇ ਹੀ ਕਰੀ ਜਾਂਦੇ ਹਾਂ। ਆਖੋ ਸਤਿਨਾਮ ਸ਼੍ਰੀ। ਹਾਂ, ਇਹਨਾਂ ਦੀ ਲੋੜ ਪੈਂਦੀ ਹੈ, ਗੁਰਬਾਣੀ ਦੇ ਵਿਆਕਰਣ ਦੀ ਵੀ ਲੋੜ ਪੈਂਦੀ ਹੈ, ਉਹਨਾਂ ਨੂੰ ਆਧਾਰ ਬਣਾ ਕੇ ਚੱਲਿਆ ਜਾਂਦਾ ਹੈ। ਸੰਪਰਦਾਈ ਮਰਿਆਦਾ ਦੀ ਲੋੜ ਪੈਂਦੀ ਹੈ, ਉਹਨਾਂ ਦੇ ਟੀਕਿਆਂ ਨੂੰ ਆਧਾਰ ਬਣਾ ਕੇ ਚੱਲਿਆ ਜਾਂਦਾ ਹੈ, ਪਰ ਉਹ ਕੁਝ ਹੋਰ ਹੈ। ਆਖੋ ਸਤਿਨਾਮ ਸ਼੍ਰੀ। ਕੁਝ ਹੋਰ ਹੈ ਜਿਹੜਾ ਅਸੀਂ ਖੋਜਣਾ ਹੈ, ਨਹੀਂ ਤੇ ਲੜਾਈ ਝਗੜੇ ਦੇ ਕਾਰਨ ਨਹੀਂ। ਜਿੱਥੇ ਪੂਰਨ ਗਿਆਨ ਹੋਵੇ ਨਾ ਉੱਥੇ ਕਾਹਦੀ ਲੜਾਈ, ਤੇ ਨਹੀਂ ਤੇ ਸਾਰੀਆਂ ਥਾਵਾਂ 'ਤੇ ਲੜਾਈ ਹੈ। ਮਿਸ਼ਰਣੀ ਟਕਸਾਲੀਆਂ ਨਾਲ ਲੜੀ ਜਾਂਦੇ ਆ, ਟਕਸਾਲੀ ਮਿਸ਼ਰਣੀਆਂ ਨਾਲ ਲੜੀ ਜਾਂਦੇ ਆ, ਅਖੰਡ ਕੀਰਤਨੀ ਉਹਨਾਂ ਨਾਲ ਲੜੀ ਜਾਂਦੇ, ਨਿਹੰਗ ਜਥੇਬੰਦੀਆਂ ਉਹਨਾਂ ਨਾਲ ਲੜੀ ਜਾਂਦੀਆਂ। ਇਹ ਲੜਾਈ ਦਾ ਅੱਜ ਕਾਰਨ ਕੀ ਹੈ? ਅਸੀਂ ਆਪਣੀ ਮਰਿਆਦਾ, ਆਪਣੇ ਗਿਆਨ ਦਾ ਇੱਕ ਦਾਇਰਾ ਬਣਾ ਲਿਆ, ਉਹਨੂੰ ਬਾਉਂਡ ਕਰ ਦਿੱਤਾ ਹੈ, ਅਤੇ ਉਹਦੇ ਨਾਲ ਹੰਕਾਰ ਜੋੜ ਲਿਆ ਕਿ ਜੋ ਸਾਡੇ ਮਹਾਂਪੁਰਸ਼ਾਂ ਨੂੰ ਜਾਂ ਸਾਡੇ ਗਿਆਨੀਆਂ ਨੂੰ ਜਾਂ ਸਾਡੇ ਪ੍ਰੋਫੈਸਰਾਂ ਨੂੰ ਪਤਾ ਸੀ ਨਾ, ਉਹੀ ਐਂਡ ਹੈ, ਇਹਦੇ ਤੋਂ ਅੱਗੇ ਕੁਝ ਵੀ ਨਹੀਂ। ਭਲੇ ਉਹਨਾਂ ਨੂੰ ਵੀ ਕੁਝ ਪਤਾ ਜ਼ਰੂਰ ਲੱਗਿਆ ਸੀ, ਪਰ ਮੁਕੰਮਲ ਥੋੜ੍ਹੀ। ਆਖੋ ਸਤਿਨਾਮ ਸ਼੍ਰੀ। ਮੁਕੰਮਲ ਤਾਂ ਥੋੜ੍ਹੀ ਹੈ, ਮੁਕੰਮਲ ਤਾਂ ਗੁਰਬਾਣੀ ਹੈ। ਅਸੀਂ ਗੁਰਬਾਣੀ ਦੇ ਆਧਾਰ 'ਤੇ ਜੀਣਾ ਹੈ। ਹੋ ਸਕਦਾ ਹੈ ਕਿਸੇ ਨੇ ਭਾਵਨਾ ਵਸ ਹੋ ਕੇ ਉਹਦੇ ਬਹੁਤੇ ਹੀ ਅਰਥ ਆਪਣੇ ਹਿਸਾਬ 'ਤੇ ਕਰ ਦਿੱਤੇ ਹੋਣ, ਜਾਂ ਕਿਸੇ ਨੇ ਆਪਣੇ ਦਿਮਾਗ ਦੀ ਮੱਤ ਇੰਨੀ ਕੁ ਵਰਤੀ ਹੋਵੇ ਕਿ ਉਹਦੇ 'ਚ ਅਸ਼ਰਧਾ ਪੈਦਾ ਕਰ ਦਿੱਤੀ ਹੋਵੇ, ਨਾਸਤਿਕਤਾ ਪੈਦਾ ਕਰ ਦਿੱਤੀ ਹੋਵੇ, ਤਾਂ ਇਹ ਹੋਇਆ ਹੈ। ਗਿਆਨੀਆਂ ਦੇ ਅੰਦਰ ਅਸ਼ਰਧਾ ਪੈਦਾ ਹੋ ਰਹੀ ਹੈ ਅਤੇ ਬਾਬਿਆਂ ਦੇ ਅੰਦਰ ਪਖੰਡ ਪੈਦਾ ਹੋ ਰਿਹਾ ਹੈ। ਆਖੋ ਸਤਿਨਾਮ ਸ਼੍ਰੀ। ਇਹ ਸਾਡੇ ਬਹੁਤ ਵੱਡੇ ਕਾਰਨ ਨੇ, ਇਹਨੂੰ ਵਿਚਾਰਨਾ ਚਾਹੀਦਾ ਹੈ। ਜਾਂ ਤਾਂ ਅਸੀਂ ਬਹੁਤੀ ਅੰਨੀ ਸ਼ਰਧਾ ਵਸ ਹੋ ਕੇ ਪਖੰਡ ਵਾਲੇ ਪਾਸੇ ਚੱਲ ਜਾਣੇ, ਉਹ ਵੀ ਗੁਰਬਾਣੀ ਤੋਂ ਬਾਹਰ ਹੀ ਹੋ ਜਾਂਦੇ ਹਾਂ, ਜਾਂ ਅਸੀਂ ਗਿਆਨੀਆਂ ਦੇ ਪ੍ਰੋਫੈਸਰਾਂ ਦੇ ਪਿੱਛੇ ਲੱਗ ਕੇ ਤਰਕ ਬੁੱਧੀ 'ਤੇ ਇੰਨੇ ਕੁ ਹੋ ਜਾਂਦੇ ਹਾਂ ਕਿ ਅਸੀਂ ਗੁਰਬਾਣੀ ਦਾ ਹੀ ਖੰਡਨ ਕਰਨ ਲੱਗ ਪਏ ਨੇ। ਰੱਬ ਦੀ ਹੋਂਦ ਨੂੰ ਨਹੀਂ ਮੰਨਦੇ, ਨਾਮ ਨੂੰ ਨਹੀਂ ਮੰਨਦੇ, ਸੱਚਖੰਡ ਨੂੰ ਨਹੀਂ ਮੰਨਦੇ, ਫਿਰ ਅਸੀਂ ਇਤਿਹਾਸ ਨੂੰ ਨਹੀਂ ਮੰਨਦੇ, ਫਿਰ ਕਿਸੇ ਚੀਜ਼ ਨੂੰ ਵੀ ਨਹੀਂ ਮੰਨਦੇ। ਕਿਉਂ? ਤਰਕ ਉੱਥੇ ਹਾਵੀ ਹੋ ਗਈ, ਉੱਥੇ ਅੰਨੀ ਸ਼ਰਧਾ ਹਾਵੀ ਹੋ ਗਈ। ਦੋਵਾਂ ਦਾ ਤਾਲਮੇਲ ਨਹੀਂ ਬੈਠਦਾ। ਆਖੋ ਸਤਿਨਾਮ ਸ਼੍ਰੀ। ਦੋਵਾਂ ਦਾ ਤਾਲਮੇਲ ਨਹੀਂ ਬੈਠਦਾ। ਗੁਰੂ ਕੋਲੇ ਗਿਆਨ ਵੀ ਹੈ, ਗੁਰੂ ਕੋਲੇ ਤਰਕ ਵੀ ਹੈ, ਗੁਰੂ ਕੋਲੇ ਸ਼ਰਧਾ ਵੀ ਹੈ, ਪਰ ਮਹਾਰਾਜ ਨੇ ਕਿਹਾ ਗਿਆਨ ਕਿਸੇ ਬੰਦੇ ਦਾ ਨਹੀਂ ਚਾਹੀਦਾ, ਗੁਰੂ ਦਾ ਚਾਹੀਦਾ ਹੈ। ਤਰਕ ਅਸੀਂ ਕਿਵੇਂ ਕਰਨੀ? ਉਹ ਗੁਰਬਾਣੀ ਦੇ ਆਧਾਰ 'ਤੇ ਕਰਨੀ, ਆਪਣੀ ਕੋ ਤਰਕ ਨਹੀਂ ਕਰਨੀ। ਅਤੇ ਸ਼ਰਧਾ ਕਿਸੇ ਬਾਬੇ ਤੋਂ ਪੁੱਛ ਕੇ ਨਹੀਂ ਲਾਉਣੀ, ਗੁਰੂ ਤੋਂ ਪੁੱਛ ਕੇ ਲਾਉਣੀ, ਤਾਂ ਭਲਾ ਹੋਣਾ, ਨਹੀਂ ਤਾਂ ਭਲਾ ਨਹੀਂ ਹੋ ਸਕਦਾ। ਆਖੋ ਸਤਿਨਾਮ ਸ਼੍ਰੀ। ਤਾਂ ਭਲਾ ਹੋਣਾ, ਨਹੀਂ ਤੇ ਲੜਾਈਆਂ ਝਗੜੇ ਪੰਥ ਦੇ ਵਿੱਚ ਬਖੇੜੇ ਪੈਂਦੇ ਰਹਿਣਗੇ ਜੋ ਪੈ ਰਹੇ ਨੇ। ਆਖੋ ਸਤਿਨਾਮ ਸ਼੍ਰੀ। ਪੈਣ ਦਾ ਕਾਰਨ ਇਹ ਹੈ, ਹੋਰ ਕੋਈ ਕਾਰਨ ਨਹੀਂ ਹੈ। ਤਾਂ ਗੁਰਬਾਣੀ ਬਹੁਤ ਅਗਾਧ ਬੋਧ ਹੈ, ਜਿਹਨੂੰ ਸਮਝਣਾ ਚਾਹੀਦਾ ਪ੍ਰੇਮ ਵਸ ਹੋ ਕੇ, ਸ਼ਰਧਾ ਵਸ ਹੋ ਕੇ, ਨਾਮ ਜਪ ਕੇ, ਆਪ ਮਰਿਆਦਾ ਰੱਖ ਕੇ। ਤਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਜਦੋਂ ਉੱਥੇ ਗਏ ਨੇ ਅਤੇ ਇਹਦਾ ਭਲਾ ਕੀਤਾ, ਆਪ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਨਾਲ ਮਿਲੇ, ਕੁਝ ਸਮਾਂ ਉੱਥੇ ਰਹਿ ਅਤੇ ਅੱਗੇ ਤੁਰ ਗਏ। ਢਾਕੇ ਦੇ ਵਿੱਚ ਮਹਾਰਾਜ ਗਏ, ਉੱਥੇ ਕੁਝ ਸਾਧੂਆਂ ਨੂੰ ਮਿਲੇ, ਉਹਨਾਂ ਦਾ ਵੀ ਨਿਸਤਾਰਾ ਕੀਤਾ ਹੈ। ਅਤੇ ਢਾਕੇ ਤੋਂ ਅੱਗੇ ਇੱਕ ਦੇਸ਼ ਦਾ ਜ਼ਿਕਰ ਆਉਂਦਾ ਹੈ, ਕਾਮਰੂਪ ਦੇਸ਼। ਇਹ ਕਾਮਰੂਪ ਦੇਸ਼ ਦੇ ਵਿੱਚ ਕਹਿੰਦੇ ਨੇ, ਜਿਵੇਂ ਬੰਗਾਲ ਵਾਲੀ ਸਾਈਡ ਇਹਨੂੰ ਮੰਨਿਆ ਗਿਆ, ਬੰਗਾਲ ਦੇ ਵੱਲ
ਤੇ ਗੁਰੂ ਕੇ ਪਿਆਰਿਓ, ਇੱਧਰ ਲੋਕ ਨਾ ਅੱਜ ਵੀ ਤੁਸੀਂ ਚਲੇ ਜਾਓ, ਜੰਤਰ ਮੰਤਰ ਤੰਤਰ ਜਾਦੂ ਟੂਣੇ ਇਹਦੇ ਤੇ ਬਹੁਤ ਵਿਸ਼ਵਾਸ ਰੱਖਦੇ ਆ। ਜਾਦੂ ਟੂਣੇ, ਧਾਗੇ ਤਵੀਤ, ਇਹ ਬੜਾ ਪ੍ਰਚਲਿਤ ਹੈ ਅੱਜ ਵੀ। ਅੱਜ ਵੀ ਤੁਸੀਂ ਐਡ ਵੇਖੋਗੇ ਟੀਵੀ ਦੇ ਉੱਤੇ, ਮੋਬਾਈਲ ਦੇ ਉੱਤੇ, ਕੋਈ ਤਾਂਤਰਿਕ ਕਹੇਗਾ ਮੇਰੇ ਕੋਲੇ ਕਾਲਾ ਜਾਦੂ ਹੈ, ਕਾਲਾ ਇਲਮ ਹੈ, ਮੈਂ ਪੜਾਂਗਾ, ਕਿਸੇ ਦਾ ਘਰ ਤਬਾਹ ਕਰ ਦਾਂਗਾ, ਕਿਸੇ ਦੁਸ਼ਮਣ ਨੂੰ ਮਾਰ ਦੇਵਾਂਗਾ, ਤੁਸੀਂ ਆਪਣੇ ਮਨ ਭਾਉਂਦੀ ਵਸਤੂ ਲੈ ਸਕਦੇ ਹੋ, ਮੈਂ ਆਹ ਕਰ ਦਿਆਂਗਾ, ਮੈਂ ਆਹ ਕਰ ਦਿਆਂਗਾ। ਬਸ ਉਹ ਨਾਮ ਵੀ ਉਹਨਾਂ ਰੱਖੇ ਹੋਏ ਕਿ ਮੈਂ 48 ਘੰਟਿਆਂ 'ਚ ਆਹ ਕਰ ਸਕਦਾ, ਮੈਂ ਆਹ ਕਰ ਸਕਦਾ, ਆਹ ਕਰ ਸਕਦਾ। ਬੜੀ ਐਡਵਰਟਾਈਜ਼ਮੈਂਟ ਕੀਤੀ ਜਾਂਦੀ ਹੈ, ਅਖਬਾਰ ਭਰੇ ਪਏ ਆ, ਇਸ਼ਤਿਹਾਰ ਵੇਖ ਵੇਖ ਲੋਕ ਉਹਨਾਂ ਨੂੰ ਫੋਨ ਕਰਦੇ ਆ, ਜਾਂਦੇ ਆ, ਉਹ ਤੰਤਰ ਮੰਤਰ ਲੈਂਦੇ ਆ। ਉਹ ਉੱਦਾਂ ਦੇ ਕਰਮ ਕਰਨਾ ਚਾਹੁੰਦੇ ਜਿੱਦਾਂ ਦੇ ਉਹਨਾਂ ਨੇ ਬੰਦਿਆਂ ਦਾ ਸੁਭਾਅ ਪੜਿਆ ਹੋਇਆ। ਮਨੋਵਿਗਿਆਨ ਹੈ ਇੱਕ ਬਹੁਤ ਤਗੜਾ, ਆਖੋ ਸਤਿਨਾਮ ਸ਼੍ਰੀ। ਇਹ ਵੀ ਇੱਕ ਬਹੁਤ ਵੱਡਾ ਮਨੋਵਿਗਿਆਨ ਹੈ ਜਿਹਨੂੰ ਕਹਿੰਦੇ ਹਿਪਨੋਟਾਈਜ਼ ਕਰਨਾ। ਪੱਛਮੀ ਦੇਸ਼ਾਂ ਦੇ ਵਿੱਚ ਕਹਿੰਦੇ ਆ ਬੰਦੇ ਦੇ ਮਨ ਨੂੰ ਪੜ੍ਹ ਕੇ ਨਾ ਤੇ ਉਹਨੂੰ ਆਪਣੇ ਵੱਸ ਵਿੱਚ ਕਰਨਾ। ਇਹ ਵੱਸ ਵਿੱਚ ਕੀਤਾ ਜਾ ਸਕਦਾ ਹੈ। ਕਿਵੇਂ ਕੀਤਾ ਜਾ ਸਕਦਾ ਹੈ? ਕਿਵੇਂ ਆਪਾਂ ਮਨੁੱਖ ਨੇ ਪਸ਼ੂਆਂ ਦੀ ਬਿਰਤੀ ਪੜ੍ਹੀ ਹੈ, ਪਸ਼ੂਆਂ ਦੀ ਬਿਰਤੀ ਪੜ੍ਹੀ ਹੈ ਕਿ ਜੇ ਬਾਂਦਰ ਨੂੰ ਵੱਸ ਵਿੱਚ ਕਰਨਾ ਹੈ ਤੇ ਕਿਵੇਂ ਕਰਾਂਗੇ। ਉਹਨੂੰ ਮਹਾਰਾਜ ਨੇ ਲਿਖਿਆ ਕਿ ਮਰਕਟ ਮੁਸ਼ਟੀ ਅਨਾਜ ਕੀ, ਮਨ ਬੌਰਾ ਲੈ ਲੀਨੀ ਹਾਥ ਪਸਾਰ, ਛੂਟਣ ਕੋ ਸੰਸਾ ਪਰਿਓ, ਨਾਚਿਓ ਘਰ ਘਰ ਬਾਹਰ। ਮਰਕਟ ਮੁਸ਼ਟੀ ਅਨਾਜ ਦੀ ਦਾ ਮਤਲਬ ਹੈ ਜਿਹੜਾ ਬਾਂਦਰ ਹੈ ਨਾ, ਬਾਂਦਰ ਦੀ ਮਨੋਦਸ਼ਾ ਕੀ ਹੁੰਦੀ ਹੈ, ਉਹਦਾ ਦਿਮਾਗ ਕਿਵੇਂ ਦਾ ਹੁੰਦਾ ਹੈ। ਇਹ ਮਨੁੱਖ ਨੇ ਸਮਝਿਆ ਹੈ ਕਿ ਜੇ ਬਾਂਦਰ ਨੂੰ ਕੰਟਰੋਲ 'ਚ ਕਰਨਾ ਹੈ ਤੇ ਇਹਨੂੰ ਨਾ ਜ਼ਬਾਨ ਦਾ ਰਸ ਚੰਗਾ ਲੱਗਦਾ ਹੈ, ਲਾਲਚੀ ਹੁੰਦਾ ਹੈ, ਜ਼ਬਾਨ ਦਾ ਰਸ ਬਹੁਤ ਹੁੰਦਾ ਇਹਦੇ 'ਚ। ਇਹਦੀ ਕਮਜ਼ੋਰੀ ਹੈ ਤੇ ਇਹਦਾ ਜਿਹੜਾ ਦਿਮਾਗ ਬਹੁਤਾ ਕੰਮ ਨਹੀਂ ਕਰਦਾ। ਜਦੋਂ ਕੋਈ ਰਸ ਦਾ ਬੰਦਾ ਗੁਲਾਮ ਹੁੰਦਾ ਹੈ ਨਾ, ਉਹ ਰਸ ਉਹਨੂੰ ਮਾਰਦਾ ਹੈ, ਜਾਂ ਡਰ ਮਾਰਦਾ ਹੈ ਜਾਂ ਬੰਦੇ ਦਾ ਰਸ ਮਾਰਦਾ। ਦੋ ਚੀਜ਼ਾਂ ਬੜੀਆਂ ਮਾਰਦੀਆਂ ਬੰਦੇ ਨੂੰ। ਹੁਣ ਉਹ ਗੁਲਾਮ ਹੁੰਦਾ ਹੈ, ਉਹ ਜਿਹੜਾ ਬਾਂਦਰ ਆਪਣੀ ਜ਼ਬਾਨ ਦੇ ਰਸ ਕਰਕੇ, ਤੇ ਸ਼ਿਕਾਰੀਆਂ ਨੂੰ ਪਤਾ ਹੈ ਇਹਨੇ ਛੋਲੇ ਵੇਖਣੇ ਆ ਤੇ ਇਹਨੇ ਪਾਗਲ ਹੋ ਜਾਣਾ। ਇਹਨੇ ਵਿਚਾਰਨਾ ਹੀ ਨਹੀਂ ਕਿ ਮੈਨੂੰ ਇਹ ਫੜ ਰਹੇ ਆ ਕਿ ਕੀ ਕਰ ਰਹੇ ਆ। ਇਹਨੂੰ ਰਸ ਦਿਸਣਾ, ਛੋਲੇ ਖਾਣ ਨੂੰ ਦਿਸਣੇ ਆ ਕਿ ਮੈਂ ਹੁਣੇ ਗਿਆ। ਤੇ ਆਪਣੇ ਆਪ ਨੂੰ ਇਹ ਚਲਾਕ ਬੜਾ ਸਮਝਦਾ ਬਾਂਦਰ, ਆਪਣੇ ਆਪ ਦੇ ਵਿੱਚ ਆਪਣੇ ਆਪ ਨੂੰ ਚਲਾਕ ਬੜਾ ਸਮਝਦਾ ਕਿ ਮੈਂ ਇੰਨਾ ਫੁਰਤੀਲਾ, ਇੰਨਾ ਚਲਾਕ, ਤੇ ਹੁਣੇ ਮੈਂ ਜਾਣਾ ਹੈ, ਉਹ ਛੋਲੇ ਦੀ ਮੁੱਠ ਭਰਨੀ ਹੈ, ਮੈਂ ਖਾ ਕੇ ਤੇ ਆਪਣੇ ਰੁੱਖ 'ਤੇ ਚੜ੍ਹ ਆਉਣਾ। ਮੈਂ ਬੰਦਿਆਂ ਦੇ ਹੱਥ ਆਉਣ ਲੱਗਿਆ ਕਿਤੇ, ਇਹਨਾਂ ਸ਼ਿਕਾਰੀਆਂ ਦੇ ਹੱਥ ਆਉਣ ਲੱਗਿਆ ਕਿਤੇ। ਉਹ ਸ਼ਿਕਾਰੀਆਂ ਨੂੰ ਬਾਂਦਰ ਦੀ ਬਿਰਤੀ ਪਤਾ ਹੈ ਕਿ ਉਹ ਪਤਾ ਕੀ ਕਰਦੇ ਆ। ਉਹ ਕਰਦੇ ਆ ਇੱਕ ਕੁੱਜਾ ਲੈ ਲੈਂਦੇ। ਕੁੱਜਾ ਸਮਝਦੇ ਹੋਵੋਗੇ ਤੁਸੀਂ, ਗੜਵੀ, ਜਾਂ ਅੱਜ ਮੈਨੂੰ ਕੋਈ ਵਰਡ ਨਹੀਂ ਆ ਰਿਹਾ ਇੰਗਲਿਸ਼ ਦਾ। ਉਹ ਜਿਵੇਂ ਆ ਕੜਾ ਹੈ, ਆ ਕੜਾ, ਕੜੇ ਦਾ ਮੂੰਹ ਹੈ ਸੌੜਾ, ਜੇ ਇੱਦਾਂ ਕਰਕੇ ਕਰੋਗੇ ਤੇ ਕੜਾ ਬਾਹਰ ਨਿਕਲ ਆਏਗਾ, ਪਰ ਮੁੱਠੀ ਬੰਦ ਕਰ ਲੋਗੇ ਜਿੰਨਾ ਮਰਜ਼ੀ ਜ਼ੋਰ ਲਾਈ ਜਾਓ ਬਾਹਰ ਨਹੀਂ ਨਿਕਲੇਗਾ। ਇਸ ਤਰ੍ਹਾਂ ਦਾ ਬਰਤਨ ਹੁੰਦਾ ਹੈ ਜਿਹਦਾ ਥੱਲਿਓਂ ਮੁੱਖ ਚੌੜਾ ਹੁੰਦਾ ਹੈ, ਉੱਪਰੋਂ ਇਹ ਇਸ ਤਰ੍ਹਾਂ ਭੀੜਾ ਹੁੰਦਾ ਹੈ, ਇਹਨੂੰ ਬਾਹਰ ਨਹੀਂ ਕੱਢਿਆ ਜਾ ਸਕਦਾ। ਤਾਂ ਉਹ ਇੱਕ ਕੁੱਜੀ ਬਣਾਉਂਦੇ ਆ, ਕੁੱਜੀ ਨੂੰ ਇੱਦਾਂ ਥੱਲੇ ਮਿੱਟੀ 'ਚ ਕਿਸੇ ਯਤਨ ਕਰਕੇ ਨੱਪ ਦਿੰਦੇ ਕਿ ਬਾਹਰ ਨਾ ਨਿਕਲੇ। ਉਹਦੇ 'ਚ ਨਾ ਉਹ ਛੋਲੇ ਪਾ ਦਿੰਦੇ ਬਾਂਦਰ ਨੂੰ ਵਿਖਾ ਕੇ, ਥੋੜ੍ਹੇ ਜਿਹੇ ਇੱਦਾਂ ਸੁੱਟ ਦਿੰਦੇ ਆ ਅਤੇ ਇੱਦਾਂ ਵਿਖਾ ਕੇ ਕਿ ਉਹ ਚੁਗਦਾ ਚੁਗਦਾ ਆਏ, ਚੋਗਾ ਪਾਉਂਦੇ ਉਹਨੂੰ। ਉਹ ਬਾਂਦਰ ਵੇਖਦਾ ਵੀ ਇਹ ਕਰਦੇ ਕੀ ਪਏ ਆ। ਫਿਰ ਉਹਦੇ ਮਨ ਦੇ ਵਿੱਚ ਕੀ ਹੁੰਦਾ ਕਿ ਚੱਲ ਕੇ ਵੇਖੀਏ ਤਾਂ ਸਹੀ, ਸਵਾਦ ਬੜੇ ਲੱਗਦੇ ਉਹਨੂੰ ਛੋਲੇ। ਅਤੇ ਬਾਂਦਰ ਆਉਂਦਾ, ਸ਼ਿਕਾਰੀ ਉਹਨੂੰ ਪਤਾ ਕਿ ਚਲੇ ਗਏ ਆ, ਪਰ ਉਹ ਲੋਕੇ ਬੈਠੇ ਹੁੰਦੇ ਆ, ਲੋਕੇ ਬੈਠੇ ਹੁੰਦੇ। ਅਤੇ ਉਹ ਬਾਂਦਰ ਆਉਂਦਾ, ਦੋ ਚਾਰ ਛੋਲੇ ਪਾਉਂਦਾ, ਸਵਾਦ ਬੜੇ ਆਉਂਦੇ, ਦੋ ਚਾਰ ਛੋਲੇ ਹੋਰ ਮੂੰਹ 'ਚ ਪਾਉਂਦਾ, ਸਵਾਦ ਬੜੇ ਆਉਂਦੇ। ਹੋਰ ਲਾਲਚੀ ਹੋ ਜਾਂਦਾ, ਅੱਗੇ ਆਉਂਦਾ ਅਤੇ ਉਹ ਜਦੋਂ ਕੁੱਜੀ ਵੱਲ ਜਾਂਦਾ ਹੈ ਨਾ, ਕੁੱਜੀ ਵੱਲ, ਅਤੇ ਉਹਦੇ 'ਚ ਵੇਖਦਾ ਛੋਲੇ ਹੈ। ਪਹਿਲਾਂ ਹੱਥ ਪਾ ਕੇ ਵੇਖਦਾ, ਬਾਹਰ ਕੱਢ ਲੈਂਦਾ, ਪਾ ਕੇ ਵੇਖਦਾ, ਬਾਹਰ ਕੱਢ ਲੈਂਦਾ ਕਿ ਹਾਂ ਮੈਂ ਵੱਜ ਜਾਵਾਂਗੇ, ਆਪਾਂ ਚੱਕਣੇ ਆ ਅਤੇ ਭੱਜ ਜਾਣੇ। ਇੱਕ ਦੋ ਪਹਿਲਾਂ ਚੱਕ ਕੇ ਵੀ ਖਾ ਕੇ ਵੇਖਦਾ ਆ। ਫਿਰ ਉਹਦੇ ਮਨ 'ਚ ਲਾਲਚ ਵੱਧ ਜਾਂਦਾ। ਫਿਰ ਉਹ ਮੁੱਠੀਆਂ ਐਂ ਭਰ ਲੈਂਦਾ, ਐਂ ਭਰ ਲੈਂਦਾ ਕਿ ਹੁਣ ਇਹ ਸਾਰੀ ਮੇਰੇ ਹੋ ਜਾਣਾ। ਉਹ ਜਦੋਂ ਮੁੱਠੀ ਬਹੁਤੀ ਭਰਦਾ ਹੈ ਨਾ, ਜੇ ਤਾਂ ਇੱਕ ਦੋ ਖਾ ਕੇ ਮੁੜ ਜਾਂਦਾ ਤਾਂ ਭਲਾ ਸੀਗਾ। ਉਹ ਕੀ ਹੋਇਆ, ਮੁੱਠੀ ਜਦੋਂ ਭਰੀ ਲਾਲਚ ਵਿੱਚ ਆ ਗਿਆ
ਤੇ ਮੁੱਠੀ ਹੋ ਗਈ, ਬੰਦ ਹੋ ਗਈ ਭਾਰੀ, ਤੇ ਬਾਹਰ ਕਿਵੇਂ ਨਿਕਲੇ? ਉਹ ਬਾਹਰ ਨਹੀਂ ਨਿਕਲਦੀ। ਕੁੱਜੀ ਨੱਪੀ ਹੁੰਦੀ ਹੈ ਥੱਲੇ ਧਰਤੀ 'ਚ, ਉਹ ਜ਼ੋਰ ਲਾਉਂਦਾ ਨਿਕਲ ਆਵੇ, ਪਰ ਉਹਨਾਂ ਉਹਦੇ 'ਚ ਜ਼ੋਰ ਨਹੀਂ ਹੁੰਦਾ ਕਿ ਉਹਦੇ ਤੋਂ ਖਹਿੜਾ ਛਡਾ ਸਕੇ, ਪਰ ਛੁੱਟ ਸਕਦਾ ਜੇ ਹੱਥ ਖੋਲ ਲਵੇ। ਉਹਨੂੰ ਪਤਾ ਵੀ ਪਰ ਉਹਦੇ ਮਨ 'ਚ ਪਕੜ ਬੜੀ ਹੈ ਕਿ ਸਵਾਦ ਬੜਾ ਹੈ, ਛੋਲੇ ਬੜੇ ਸਵਾਦ ਨੇ, ਛੱਡਾਂ ਕਿਵੇਂ? ਪਰ ਉਹ ਕਹਿੰਦਾ ਮੈਂ ਕੱਢਣੇ ਹੀ ਕੱਢਣੇ ਆ। ਉਹ ਜ਼ੋਰ ਲਾਉਂਦਾ ਰਹਿੰਦਾ, ਜ਼ੋਰ ਲਾਉਂਦਾ ਰਹਿੰਦਾ ਕਿ ਨਿਕਲ ਆਵੇ ਇਹਦੇ 'ਚੋਂ ਇਹ ਛੋਲੇ। ਤੇ ਸ਼ਿਕਾਰੀ ਹੈ ਰੱਸਾ ਘਮਾਉਂਦੇ ਆਉਂਦੇ ਆ, ਤੇ ਉਹ ਚੀਖਾਂ ਵੀ ਮਾਰਦਾ ਹੈ, ਇੱਧਰ ਟਬੂਸੀ ਮਾਰ, ਇੱਧਰ ਟਬੂਸੀ ਮਾਰ, ਇੱਧਰ ਟਬੂਸੀ ਮਾਰ। ਤੇ ਉਹ ਸ਼ਿਕਾਰੀ ਜਦੋਂ ਭੱਜੇ ਆਉਂਦੇ ਨਾ, ਬੜੇ ਪਿਆਰ ਨਾਲ ਆ ਕੇ ਪੁਚਕਾਰ ਕੇ ਗਲ 'ਚ ਰੱਸਾ ਪਾ ਕੇ ਕਹਿੰਦੇ ਛੱਡ ਦੇ ਹੁਣ, ਨਾ ਛੋਲੇ ਮਿਲਣੇ ਆ ਤੇ ਨਾ ਆਜ਼ਾਦੀ। ਆਖੋ ਸਤਿਨਾਮ ਸ਼੍ਰੀ। ਹੁਣ ਗੁਲਾਮੀ ਨਾਲ ਮਿਲਣਗੇ, ਜੋ ਕੁਝ ਵੀ ਮਿਲੇਗਾ ਗੁਲਾਮੀ ਨਾਲ ਮਿਲੇਗਾ। ਹੁਣ ਤੈਨੂੰ ਅਸੀਂ ਬਣਾ ਲਿਆ ਆਪਣਾ ਗੁਲਾਮ, ਤੇਰੀ ਆਜ਼ਾਦੀ ਖੋਹਲੀ, ਹੁਣ ਤੂੰ ਟਬੂਸੀਆਂ ਨਹੀਂ ਮਾਰ ਸਕਦਾ, ਹੁਣ ਮਨ ਭਾਉਂਦੇ ਫਲ ਨਹੀਂ ਖਾ ਸਕਦਾ, ਤੇਰੀ ਆਜ਼ਾਦੀ ਅਸੀਂ ਕਰ ਲਈ ਗੁਲਾਮ। ਇਹ ਹੁੰਦਾ ਮਨੋਵਿਗਿਆਨ। ਆਖੋ ਸਤਿਨਾਮ ਸ਼੍ਰੀ। ਇਹ ਕੀ ਹੁੰਦਾ? ਮਨੋਵਿਗਿਆਨ। ਕਿਹੜਾ ਮਨੋਵਿਗਿਆਨ? ਕਿ ਬੰਦਿਆਂ ਦੇ ਦਿਮਾਗ ਕਿਵੇਂ ਕੰਟਰੋਲ ਕੀਤੇ ਜਾ ਸਕਦੇ, ਪਸ਼ੂਆਂ ਦੇ ਦਿਮਾਗ ਕਿਵੇਂ ਉਹ ਭਲਿਓ ਕੱਲੀ ਜੇਲ੍ਹ ਇਹ ਤਾਂ ਨਹੀਂ ਕਿ 2 ਬੇੜੀਆਂ ਪਾਤੀਆਂ, 2 ਬੇੜੀਆਂ ਪਾ ਕੇ ਤੁਹਾਨੂੰ ਕਮਰੇ 'ਚ ਨਾ ਪਤਾ, ਉਹ ਤਾਂ ਸਾਨੂੰ ਦਿਖਦਾ ਹੈ ਜੇਲ੍ਹ ਹੈ। ਤੇ ਜਿਹੜੀ ਇੱਥੇ ਬੁੱਧੀ ਨੂੰ ਜੇਲ੍ਹ ਪੈਂਦੀ ਹੈ, ਸਾਡੀ ਸੋਚ ਨੂੰ ਬਾਉਂਡ ਕੀਤਾ ਜਾ ਰਿਹਾ ਹੈ। ਹਮੇਸ਼ਾ ਯਾਦ ਰੱਖਣਾ, ਸਾਡੀ ਸੋਚਣ ਦੀ ਸਮਰੱਥਾ ਨੂੰ ਬਾਉਂਡ ਕੀਤਾ ਜਾ ਰਿਹਾ ਹੈ, ਸਾਡੀ ਵੇਖਣ ਦੀ ਸਮਰੱਥਾ ਨੂੰ ਬਾਉਂਡ ਕੀਤਾ ਜਾ ਰਿਹਾ, ਗੁਲਾਮ ਕੀਤਾ ਜਾ ਰਿਹਾ ਹੈ। ਸਾਨੂੰ ਪਹਿਨਣ ਦੀ ਆਜ਼ਾਦੀ ਨਹੀਂ ਹੈ, ਸਾਨੂੰ ਬੋਲਣ ਦੀ ਆਜ਼ਾਦੀ ਨਹੀਂ ਹੈ, ਸਾਨੂੰ ਵੇਖਣ ਦੀ ਆਜ਼ਾਦੀ ਨਹੀਂ ਹੈ, ਸਾਨੂੰ ਸੁਣਨ ਦੀ ਆਜ਼ਾਦੀ ਨਹੀਂ ਹੈ। ਤੁਸੀਂ ਕਹੋ ਕਿ ਇਹ ਕਿਵੇਂ ਹੋ ਸਕਦਾ? ਇਹ ਤਾਂ ਹੁੰਦਾ ਹੀ ਨਹੀਂ। ਅਸੀਂ ਆਪਦੀ ਮਰਜ਼ੀ ਨਾਲ ਬੋਲਦੇ ਹਾਂ, ਆਪਦੀ ਮਰਜ਼ੀ ਨਾਲ ਸੁਣਦੇ ਹਾਂ, ਆਪਦੀ ਮਰਜ਼ੀ ਨਾਲ ਵੇਖਦੇ ਹਾਂ, ਆਪਦੀ ਮਰਜ਼ੀ ਨਾਲ ਪਹਿਨਦੇ ਹਾਂ। ਕਿਹੜਾ ਬੰਦਾ ਆਪਦੀ ਮਰਜ਼ੀ ਨਾਲ ਪਹਿਨਦਾ ਹੈ? ਜੋ ਐਡਵਰਟਾਈਜ਼ਮੈਂਟ 'ਚ ਤੁਹਾਨੂੰ ਪੈਂਟਾਂ ਵਿਖਾਈਆਂ ਜਾਂਦੀਆਂ ਐਡੀਡਾਸ ਦੀਆਂ, ਯਾਰਾਂ ਦੀਆਂ, ਦੂਜੀਆਂ ਗੁੱਚੀ ਦੀਆਂ, ਤੁਸੀਂ ਉਹ ਪਹਿਨਦੇ ਹੋ। ਤੁਹਾਡਾ ਤਾਂ ਨਾ ਤੁਹਾਡਾ ਬਜਟ ਉਸ ਬਾਰੇ ਇਜਾਜ਼ਤ ਦਿੰਦਾ ਹੈ, ਤੇ ਨਾ ਤੁਹਾਡੀ ਰੂਹ ਤੁਹਾਨੂੰ ਇਜਾਜ਼ਤ ਦਿੰਦੀ ਹੈ, ਪਰ ਫਿਰ ਵੀ ਤੁਹਾਨੂੰ ਐਡਵਰਟਾਈਜ਼ਮੈਂਟ ਨੇ ਗੁਲਾਮ ਕੀਤਾ, ਤੁਸੀਂ ਜਾਂਦੇ ਹੋ ਉੱਥੇ। ਆਖੋ ਸਤਿਨਾਮ ਸ਼੍ਰੀ। ਐਡਵਰਟਾਈਜ਼ਮੈਂਟ ਦੇ ਰਾਹੀਂ ਉਹਨਾਂ ਨੇ ਦਿਮਾਗ ਇੱਕ ਇਸ ਤਰ੍ਹਾਂ ਦਾ ਸੈੱਟ ਕਰ ਦਿੱਤਾ ਕਿ ਸਾਰੇ ਦਿਮਾਗਾਂ ਦੇ ਵਿੱਚ ਉਹਦੀ ਵਡਿਆਈ ਭਰ ਦਿੱਤੀ ਕਿ ਇਹ ਇੱਕ ਬ੍ਰਾਂਡ ਹੈ। ਤੇ ਬ੍ਰਾਂਡ ਪਾਉਣ ਨਾਲ ਕੀ ਹੁੰਦਾ ਹੈ? ਲੋਕ 2 ਮਿੰਟ ਵਾਹ ਵਾਹ ਕਹਿੰਦੇ, ਵਾਹ 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 ਵਾਹ, ਕਿ ਬ੍ਰਾਂਡਡ ਬੰਦਾ ਹੈ, ਬ੍ਰਾਂਡਡ ਚੀਜ਼ਾਂ ਪਾਈਆਂ ਨੇ। ਪਰ ਬ੍ਰਾਂਡਡ ਚੀਜ਼ਾਂ ਤੋਂ ਪਾਉਂਦਾ ਹੈ, ਇੱਕ ਸਾਡੀ ਮੈਂਟੈਲਿਟੀ ਉਹਨਾਂ ਨੇ ਮਾਨਸਿਕਤਾ ਇਸ ਤਰ੍ਹਾਂ ਦੀ ਬਣਾ ਦਿੱਤੀ ਕਿ ਹਰੇਕ ਨੂੰ 2 ਮਿੰਟ ਦਾ ਰਸ ਆਉਂਦਾ ਹੈ ਕਿ ਲੋਕ ਮੈਨੂੰ ਵੇਖ ਕੇ ਸੋਹਣਾ ਕਹਿਣਗੇ, ਪਰ ਉਸ 2 ਮਿੰਟ ਦੇ ਰਸ ਪਿੱਛੇ ਕਿੰਨੀ ਗੁਲਾਮੀ ਛੁਪੀ ਪਈ, ਤੁਸੀਂ ਉਸ ਦਾ ਅੰਦਾਜ਼ਾ ਨਹੀਂ ਲਾ ਸਕਦੇ। ਆਖੋ ਸਤਿਨਾਮ ਸ਼੍ਰੀ। ਤੁਹਾਡਾ ਕਿੰਨਾ ਤਾਣ ਸ਼ਾਨ ਇਸੇ ਚੀਜ਼ਾਂ 'ਤੇ ਅਡੰਬਰ ਕਰਨ 'ਤੇ। ਬੰਦੇ ਦੀ ਅੱਧੀ ਤੋਂ ਜ਼ਿਆਦਾ ਕਮਾਈ ਇਹ ਵਿਖਾਵੇ 'ਤੇ ਨਿਕਲ ਜਾਂਦੀ। ਕਈ ਵਾਰੀ ਤਾਂ ਅਸੀਂ ਵਿਆਹ ਦੇ ਵਿੱਚ ਵੇਖਦੇ ਨਹੀਂ ਗੇ ਕਿ ਬੰਦਾ ਸਾਰੀ ਉਮਰ ਇੱਕ ਪਾਈ ਕਰਕੇ ਜੋੜਦਾ ਹੈ, ਤੇ ਵਿਖਾਵੇ ਦੇ ਚੱਕਰ ਵਿੱਚ ਵਿਆਹ ਕਰਦਾ ਹੈ, ਹੋਰ ਤਾਮ ਸ਼ਾਮ ਕਰਦਾ ਹੈ, ਤੇ ਕੀ ਹੁੰਦਾ ਹੈ? ਸਾਰੀ ਉਮਰ ਵਾਸਤੇ ਪਹਿਲਾਂ ਕੀਤੀ ਹੋਈ ਕਮਾਈ ਵੀ ਲੁਟਾ ਦਿੰਦਾ ਹੈ, ਤੇ ਹੋਰ ਵੀ ਕਰਜ਼ਾ ਲੈ ਲੈਂਦਾ ਹੈ, ਤੇ ਸਾਰੀ ਉਮਰ ਵਾਸਤੇ ਗੁਲਾਮ ਹੋ ਜਾਂਦਾ। ਫਿਰ ਰੋਟੀ ਸੁੱਕੀ ਲੂਣ ਨਾਲ ਖਾਣੀ ਪੈਂਦੀ ਸਾਰੀ ਉਮਰ। ਆਖੋ ਸਤਿਨਾਮ ਸ਼੍ਰੀ। ਫਿਰ ਕਦੀ ਕਿਸੇ ਦੀਆਂ ਗਾਲਾਂ ਖਾ ਕਿ ਉਹ ਕਿੰਨਾ ਕੁ ਚਿਰ ਸੀ, ਇੱਕ ਦਿਨ ਵਿਆਹ ਕੀਤਾ, ਇੱਕ ਦਿਨ ਬੱਲੇ ਬੱਲੇ ਹੋ ਗਈ, ਤੇ ਬੱਲੇ ਬੱਲੇ ਸਾਰਿਆਂ ਨੇ ਨਹੀਂ ਕੀਤੀ, 2 ਨੇ ਕੀਤੀ, 2 ਨੇ ਨਹੀਂ ਕੀਤੀ। ਆਖੋ ਸਤਿਨਾਮ ਸ਼੍ਰੀ। ਇਹ ਕੀ ਹੈ? ਬੰਦੇ ਦੀ ਮਾਨਸਿਕ ਗੁਲਾਮੀ। ਇਹਦੇ ਮਾਈਂਡ ਨੂੰ ਸੈੱਟ ਕੀਤਾ ਜਾ ਰਿਹਾ। ਕਿਵੇਂ ਸੈੱਟ ਕੀਤਾ ਜਾ ਰਿਹਾ? ਜਿਹੜੇ ਵਪਾਰੀ ਬੰਦੇ ਆ ਨਾ, ਉਹਨਾਂ ਨੇ ਵਿਗਿਆਨਕ ਹੀ ਇਸੇ ਤਰ੍ਹਾਂ ਦੇ ਰੱਖੇ ਹੋਏ ਆ। ਜਿਹੜੇ ਰਾਜਨੀਤਿਕ ਬੰਦੇ ਆ, ਜਿਹੜੇ ਦੇਸ਼ ਨੇ ਨਾ, ਇਹ ਅਜੇ ਅਸੀਂ ਵੇਖਦੇ ਨਹੀਂ ਆ, ਅਜੇ ਤਾਂ ਸਾਨੂੰ ਪਤਾ ਹੀ ਨਹੀਂ ਨਾ ਇਸ ਟੌਪਿਕ 'ਤੇ ਕੋਈ ਗੱਲ ਕਰਦਾ। ਆਖੋ ਸਤਿਨਾਮ ਸ਼੍ਰੀ। ਆਹ ਵੇਖੋ, ਕਰੋਨਾ ਕੋਈ ਐਡੀ ਖਾਸ ਬਿਮਾਰੀ ਨਹੀਂ ਸੀ, ਪਰ ਸਾਡੇ ਦਿਮਾਗ ਨੂੰ ਇੰਨਾ ਕੁ ਇਹਨਾਂ ਨੇ, ਮਾਈਂਡ ਨੂੰ ਇੰਨਾ ਕੁ ਕੰਟਰੋਲ ਕਰ ਲਿਆ ਮੀਡੀਏ ਨੇ। ਉਹਨਾਂ ਕੋਲ ਖਬਰ ਦੂਜੀ ਕੋਈ ਨਹੀਂ ਸੀ ਹੈਗੀ। ਉਹ ਰੋਜ਼ ਕਹਿ ਰਹੇ ਸੀਗੇ ਕਰੋਨਾ, ਹਾਏ ਕਰੋਨਾ, ਹਾਏ ਕਰੋਨਾ। ਲੋਕ ਡਰਦੇ ਮਾਰੇ ਮੂੰਹ ਬੰਦ ਕਰ, ਆਹ ਕਰ ਸਰਕਾਰਾਂ। ਆਹ 2 ਮਹੀਨੇ ਹੋ ਗਏ ਜੰਗ ਲੱਗੀ ਨੂੰ, ਕਰੋਨਾ ਦੀ ਖਬਰ ਮੁੱਕ ਗਈ, ਜੰਗ ਦੀ ਖਬਰ ਸ਼ੁਰੂ ਹੋ ਗਈ, ਸਾਰੇ ਪਾਸਿਓਂ ਮਾਸਕ ਵੀ ਲੱਥ ਗਏ, ਕਰੋਨਾ ਵੀ ਮੁੱਕ ਗਿਆ। ਆਖੋ ਸਤਿਨਾਮ ਸ਼੍ਰੀ। ਤੁਸੀਂ ਸਿਆਣੇ ਹੋ, ਇਸ ਗੱਲ ਨੂੰ ਸਮਝੋ। ਜਿੱਦਣ ਦੀਆਂ ਖਬਰਾਂ ਮੁੱਕ ਗਈਆਂ ਨਾ ਕਰੋਨਾ ਸੁਣਾਉਣ ਦੀਆਂ, ਉਦਣ ਦਾ ਇਹ ਕਰੋਨਾ ਵੀ ਮੁੱਕ ਗਿਆ। ਕਿਉਂ? ਬੰਦਿਆਂ ਦੇ ਅੰਦਰ ਜਿਹੜੀ ਚੀਜ਼ ਦਾ ਡਰ ਪੈਦਾ ਕਰ ਦੋਗੇ, ਉਹ ਆਟੋਮੈਟਿਕ ਹੀ ਅੰਦਰ ਉਹ ਚੀਜ਼ ਪੈਦਾ ਹੋ ਜਾਂਦੀ ਹੈ।
ਉਹ ਉਸ ਬਿਮਾਰੀ ਦਾ ਹਿਸਾਬ ਹੀ ਇਦਾਂ ਦਾ ਹੈ, ਕਿਉਂਕਿ ਬਿਮਾਰੀ ਇੱਕ ਹੈ ਹੀ ਵਹਿਮ ਹੈ। ਵੇਖੋ ਅੱਜ ਕੱਲ੍ਹ ਤਾਂ ਜਿਹੜੇ ਥੈਰੇਪੀ ਦਿੰਦੇ ਆ ਨਾ ਬੰਦਿਆਂ ਨੂੰ ਸਹੀ ਕਰਨ ਵਾਸਤੇ, ਉਹ ਕਹਿੰਦੇ ਆ ਜੇ ਤੁਸੀਂ ਰੋਜ਼ ਕਹੋਗੇ ਨਾ ਮੈਂ ਸਹੀ ਹਾਂ, ਮੈਂ ਸਹੀ ਹਾਂ, ਮੈਂ ਤੰਦਰੁਸਤ ਹਾਂ, ਮੈਂ ਤੰਦਰੁਸਤ ਹਾਂ, ਬੰਦਾ ਬਿਨਾਂ ਦਵਾਈ ਤੋਂ ਵੀ ਸਹੀ ਹੋ ਜਾਂਦਾ। ਇਹਨੂੰ ਕਹਿੰਦੇ ਆ ਇਮਿਊਨਿਟੀ ਸਿਸਟਮ ਬੰਦੇ ਦਾ ਉਹ ਤਗੜਾ ਹੁੰਦਾ ਆ। ਆਖੋ ਸਤਿਨਾਮ ਸ਼੍ਰੀ। ਇਮਿਊਨਿਟੀ ਸਿਸਟਮ ਤਗੜਾ ਹੋ ਜਾਣਾ। ਪਰ ਪਤਾ ਕੀ ਹੈ, ਅੱਜ ਇਨਸਾਨ ਨੂੰ ਗੁਲਾਮ ਕੀਤਾ ਜਾ ਰਿਹਾ। ਕਿਉਂ? ਅਸੀਂ ਰੋਜ਼ ਫੇਸਬੁੱਕ 'ਤੇ ਵੇਖ ਰਹੇ ਹਾਂ ਖਬਰਾਂ, ਪਰ ਹੁਣ ਉਹ ਕੀ ਸੱਚੀ ਕੀ ਹੈ ਝੂਠੀ ਕੀ ਹੈ ਅਸੀਂ ਖੋਜਦੇ ਨਹੀਂ, ਲੱਭਦੇ ਨਹੀਂ, ਕਿਉਂਕਿ ਬੰਦੇ ਕੋਲ ਇੰਨਾ ਟਾਈਮ ਹੀ ਕਿੱਥੇ ਹੈ। ਕਿਹੜੀ ਚੀਜ਼ ਸੱਚੀ ਹੈ, ਉਹਦੇ ਪਿਛੋਕੜ 'ਚ ਕੀ ਹੈ, ਉਹ ਸਭ ਕੁਝ ਸੈਟਅਪ ਕੀਤਾ ਹੋਇਆ ਹੈ। ਵੇਖੋ ਸਾਨੂੰ ਆਪਣੇ ਪੰਥ ਬਾਰੇ ਵੀ ਸੋਚਣਾ ਚਾਹੀਦਾ ਹੈ, ਆਪਣੇ ਆਪ ਬਾਰੇ ਵੀ ਸੋਚਣਾ ਚਾਹੀਦਾ, ਪਰ ਬੰਦਾ ਸੋਚੇ ਕਿੱਥੇ? ਪਹਿਲਾਂ ਤਾਂ ਇਹਨੇ ਆਪਦੇ ਵਾਸਤੇ ਟਾਈਮ ਨਹੀਂ, ਪਹਿਲਾਂ ਤਾਂ ਆਪ ਹੀ ਮਨ ਦੇ ਹੱਥੋਂ ਗੁਲਾਮ ਹੈ, ਫਿਰ ਇਹਨੂੰ ਨਾ ਪੰਥ ਦੀ ਸੋਝੀ ਹੈ। ਵੇਖੋ ਇਹ ਸਾਰੀਆਂ ਚਾਲਾਂ ਨੇ। ਹੁਣ ਕਿਵੇਂ ਇੱਕ ਕੌਮ ਦੂਜੀ ਕੌਮ ਨੂੰ ਖਤਮ ਕਰਨ 'ਤੇ ਲੱਗੀ ਹੈ। ਉਹ ਇੱਕ ਮਨੋਵਿਗਿਆਨ ਪੜ੍ਹ ਲੈਂਦੇ, ਹੌਲੀ 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 ਜੜ੍ਹਾਂ 'ਚ ਤੇਲ ਪਾਉਂਦੇ ਬੜਾ ਵਿਸ਼ਾਲ ਆਪਣਾ ਦਾਇਰਾ ਕਰ ਲੈਂਦੇ ਆ। ਉੱਥੇ ਪਤਾ ਹੀ ਨਹੀਂ ਲੱਗਦਾ ਸੱਚ ਕੀ ਹੈ ਅਤੇ ਝੂਠ ਕੀ ਹੈ। ਆਖੋ ਸਤਿਨਾਮ ਸ਼੍ਰੀ। ਅੱਜ ਹਿਪਨੋਟਾਈਜ਼ ਕਰ ਰਿਹਾ ਸਾਨੂੰ। ਹਿਪਨੋਟਾਈਜ਼ ਦਾ ਮਤਲਬ ਹੈ ਜੋ ਸਾਡੇ ਮਨ ਦੀ ਚਾਹਤ ਹੈ ਨਾ, ਉਹ ਚਾਹਤ ਹੀ ਸਾਨੂੰ ਗੁਲਾਮ ਬਣਾ ਰਹੀ ਹੈ। ਅਤੇ ਇਹ ਫੇਸਬੁੱਕ ਵਾਲੇ, ਇਹ ਵੀਡੀਓ ਜੋ ਵੀ ਤੁਸੀਂ ਵੇਖਦੇ ਹੋ, ਯੂਟਿਊਬ ਵੇਖਦੇ ਹੋ, ਇਹ ਸਭ ਕੁਝ ਤੁਹਾਡੀ ਇਨਕੁਆਇਰੀ ਕਰਦੇ, ਇੱਕ ਇੱਕ ਸਕਿੰਟ ਦੀ ਕਰਦੇ। ਆਪਾਂ ਵੀ ਹੁਣ ਵੀਡੀਓ ਚਲਾ ਰਹੇ ਹਾਂ ਨਾ, ਇਹ ਤਾਂ ਰਿਕਾਰਡਿੰਗ ਹੋ ਰਹੀ ਹੈ। ਤੁਸੀਂ ਆਪਣੇ 2 ਮਿੰਟ ਗੱਲਾਂ ਕਰਕੇ ਨਾ ਕਿਤੇ ਵੇਖਿਆ ਜੇ ਕਿਤੇ ਵੀ ਕਿ ਮੈਂ ਯਾਰ ਲੈਪਟਾਪ ਲੈਣਾ ਨਵਾਂ, ਮੈਂ ਮੋਬਾਈਲ ਲੈਣਾ ਫਲਾਣੀ ਕੰਪਨੀ ਦਾ, ਜਦੋਂ ਵੀ ਤੁਸੀਂ ਫੇਸਬੁੱਕ ਖੋਲੋਗੇ ਤੁਹਾਨੂੰ ਐਡ ਹੀ ਉਹ ਆਉਣੀ, ਦੂਜੀ ਐਡ ਹੀ ਕੋਈ ਨਹੀਂ ਆਉਣੀ। ਆਖੋ ਸਤਿਨਾਮ ਸ਼੍ਰੀ। ਐਡ ਹੀ ਤੁਹਾਨੂੰ ਬੂਟਾਂ ਦੀ ਆਉਣੀ, ਜਿਹੜੀ ਚੀਜ਼ ਤੁਸੀਂ ਲਾਓਗੇ ਨਾ ਉਹਦੀ ਐਡ ਆਏਗੀ। ਕਿਉਂ? ਉਹਨਾਂ ਨੂੰ ਪਤਾ ਹੈ ਹੁਣ ਇਹ ਲੈਣਾ ਚਾਹੁੰਦਾ ਚੀਜ਼, ਅਤੇ ਸੁਣਦਾ ਕੀ ਉਹਨਾਂ ਦਾ ਇੱਕ ਸੋਫਟਵੇਅਰ ਹੈ, ਗੂਗਲ ਦਾ ਸੋਫਟਵੇਅਰ ਹੈ, ਫੇਸਬੁੱਕ ਦਾ ਸੋਫਟਵੇਅਰ ਹੈ, ਜਿਹੜਾ ਆਟੋਮੈਟਿਕ ਉਸ ਸ਼ਬਦ ਨੂੰ ਕੈਚ ਕਰਦਾ ਹੈ ਕਿ ਇਸ ਬੰਦੇ ਨੂੰ ਇਸ ਚੀਜ਼ ਦੀ ਲੋੜ ਹੈ। ਉਹ ਵਾਰ-ਵਾਰ ਤੁਹਾਨੂੰ ਵਿਖਾਏਗਾ, ਵਾਰ-ਵਾਰ ਉਹਨਾਂ ਕੰਪਨੀਆਂ ਦੇ ਫੋਨ ਆਉਣਗੇ, ਉਹੀ ਚੀਜ਼ਾਂ ਆਉਣਗੀਆਂ, ਵਾਰ-ਵਾਰ ਤੁਸੀਂ ਉੱਧਰ ਨੂੰ ਜਾਓਗੇ। ਇਹਨੂੰ ਕਹਿੰਦੇ ਵਪਾਰੀਆਂ ਨੇ ਸਾਡੇ ਮਾਈਂਡ ਨੂੰ ਆਪਣੇ ਹਿਸਾਬ ਨਾਲ ਕੰਟਰੋਲ ਕਰ ਲਿਆ ਕਿ ਹਰੇਕ ਕੰਪਨੀ ਦਾ ਜ਼ੋਰ ਇਹ ਲੱਗਿਆ ਕਿ ਬੰਦਾ ਜਿਹੜਾ ਗਾਹਕ ਹੈ ਨਾ ਮੇਰੇ ਤੋਂ ਬਾਹਰ ਨਾ ਚਲੇ ਜਾਏ, ਅਤੇ ਉਹਦੇ ਵਾਸਤੇ ਉਹ ਪਾਪ ਕਰਮ ਵੀ ਕਿੰਨੇ ਕਰ ਰਹੇ ਨੇ ਤੁਸੀਂ ਅੰਦਾਜ਼ਾ ਵੀ ਨਹੀਂ ਲਾ ਸਕਦੇ। ਆਖੋ ਸਤਿਨਾਮ ਸ਼੍ਰੀ। ਕਿੰਨਾ ਕੁਝ ਹੋ ਰਿਹਾ ਹੈ ਇਹ ਅੰਦਾਜ਼ਾ ਨਹੀਂ। ਇਹ ਮੈਂ ਆਪ ਜੀ ਨੂੰ ਬੇਨਤੀ ਕਰ ਰਿਹਾ ਸੀ, ਇਹ ਸਾਰੇ ਪਾਸੇ ਹੈ। ਵੱਡੀਆਂ ਕੰਪਨੀਆਂ, ਵਪਾਰੀ ਬੰਦੇ ਦਾ ਧਿਆਨ ਇਸੇ 'ਤੇ ਹੀ ਹੁੰਦਾ, ਕਿਉਂਕਿ ਜਿਹੜੀ ਸ਼ਿਕਾਰੀ ਬਿਰਤੀ ਹੁੰਦੀ ਹੈ ਨਾ, ਉਹ ਬੰਦੇ ਦੀ ਕਮਜ਼ੋਰੀ ਵੇਖਦੀ ਹੈ। ਸ਼ਿਕਾਰੀ ਇੱਕ ਪ੍ਰਕਾਰ ਦਾ ਥੋੜ੍ਹੀ ਹੈ, ਕੱਲਾ ਸ਼ੇਰ ਦਾ ਸ਼ਿਕਾਰ ਕਰਨ ਵਾਲਾ ਨਹੀਂ, ਕੱਲਾ ਪਸ਼ੂਆਂ ਦਾ ਸ਼ਿਕਾਰ ਕਰਨ ਵਾਲਾ ਨਹੀਂ, ਬੰਦਿਆਂ ਦੇ ਸ਼ਿਕਾਰ ਕਰਨ ਵਾਲੇ ਵੀ ਤਾਂ ਹੈਗੇ ਨਾ। ਆਖੋ ਸਤਿਨਾਮ ਸ਼੍ਰੀ। ਸਾਡਾ ਵੀ ਸ਼ਿਕਾਰ ਹੁੰਦਾ ਹੈ, ਅਤੇ ਸਾਡਾ ਕੋਈ ਸ਼ਿਕਾਰ ਇੱਕ ਨਹੀਂ ਕਰਦਾ, ਸਰਕਾਰਾਂ ਕਰਦੀਆਂ, ਵਪਾਰੀ ਲੋਕ ਕਰਦੇ ਆ, ਵੱਡੇ ਵੱਡੇ ਬਿਜ਼ਨਸਮੈਨ ਕਰਦੇ ਆ, ਅਤੇ ਸਾਡੇ ਹਿੰਦੁਸਤਾਨ ਦੇ ਵਿੱਚ ਸਭ ਤੋਂ ਜ਼ਿਆਦਾ ਪਖੰਡੀ ਬਾਬੇ ਸਾਡਾ ਸ਼ਿਕਾਰ ਕਰਦੇ ਆ। ਆਖੋ ਸਤਿਨਾਮ ਸ਼੍ਰੀ। ਪਖੰਡੀ ਬਾਬੇ ਸਾਡਾ ਸ਼ੋਸ਼ਣ ਕਰਦੇ ਆ। ਉਹਨਾਂ ਨੂੰ ਪਤਾ ਹੈ ਧਰਮ ਹਿੰਦੁਸਤਾਨ ਦੇ ਵਿੱਚ ਲੋਕਾਂ 'ਚ ਭਾਵਨਾ ਬੜੀ ਹੈ, ਇਹਨਾਂ 'ਚ ਸ਼ਰਧਾ ਬੜੀ ਹੈ, ਕਿਉਂਕਿ ਸਾਡੇ ਪਹਿਲਾਂ ਰੱਬ ਦੇ ਪਿਆਰੇ ਹੋਏ ਨੇ, ਰਿਸ਼ੀ ਮੁਨੀ ਹੋਏ ਨੇ, ਇੱਥੇ ਕਲਾ ਵਰਤੀ ਦੀ ਰਹੀ ਹੈ ਅਤੇ ਅੱਜ ਵੀ ਵਰਤਦੀ ਹੈ। ਤੁਸੀਂ ਗੁਰੂ ਰਾਮਦਾਸ ਦੇ ਦਰਬਾਰ ਚਲੇ ਜਾਓ ਜਾਂ ਕਿਸੇ ਵੀ ਧਰਮ ਦੇ ਵਿੱਚ ਕੋਈ ਮਾੜੀ ਮੋਟੀ ਕਣੀ ਹੈਗੀ, ਉੱਥੇ ਕਲਾ ਵਰਤਦੀ ਹੈ। ਇਹ ਨਹੀਂ ਕਿ ਨਹੀਂ ਵਰਤਦੀ, ਵਰਤਦੀ ਜ਼ਰੂਰ ਹੈ, ਪਰ ਉਹਦਾ ਨਜਾਇਜ਼ ਫਾਇਦਾ ਕੌਣ ਉਠਾਉਂਦੇ ਆ? ਪਖੰਡੀ ਬਾਬੇ ਨਜਾਇਜ਼ ਫਾਇਦਾ ਉਠਾਉਂਦੇ ਆ। ਕਿਉਂ? ਕਿਉਂਕਿ ਲੋਕਾਂ 'ਚ ਵਹਿਮ ਬਹੁਤ ਹੈ, ਲੋਕਾਂ 'ਚ ਸ਼ੱਕ ਦੀ ਬਿਰਤੀ ਬੜੀ ਹੈ, ਲੋਕਾਂ 'ਚ ਭਰਮ ਬੜਾ ਹੈ। ਇਹ ਭਰਮ ਵਹਿਮ ਹੋਣ ਦੇ ਕਾਰਨ ਉਹ ਨਜਾਇਜ਼ ਫਾਇਦਾ ਪਤਾ ਕੀ ਉਠਾਉਂਦੇ ਆ? ਉਹ ਉਹਨਾਂ ਦੀ ਮਨੋਬਿਰਤੀ ਪੜ੍ਹ ਲੈਂਦੇ ਆ ਕਿ ਇਹਨਾਂ ਨੂੰ ਸੰਤ ਕਿਵੇਂ ਦੇ ਚਾਹੀਦੇ ਆ, ਇਹਨਾਂ ਨੂੰ ਗੁਰੂ ਕਿਵੇਂ ਦਾ ਚਾਹੀਦਾ ਹੈ, ਇਹਨਾਂ ਨੂੰ ਰੱਬ ਕਿਵੇਂ ਦਾ ਚਾਹੀਦਾ। ਉਹਨਾਂ ਨੇ ਸਾਡੀ ਬਿਰਤੀ ਪੜ੍ਹੀ ਹੋਈ ਹੈ। ਹਿੰਦੁਸਤਾਨ ਦੇ ਲੋਕਾਂ ਨੂੰ ਰੱਬ ਪਤਾ ਕਿਵੇਂ ਦਾ ਚਾਹੀਦਾ ਹੈ? ਇਹਨਾਂ ਨੂੰ ਰੱਬ ਐਵੇਂ ਦਾ ਚਾਹੀਦਾ ਜਿਹਦੇ ਅੱਗੇ ਮੱਥਾ ਟੇਕੀਏ, ਉਹਨੂੰ ਜੋ ਮਰਜ਼ੀ ਅਸੀਂ ਕਹਿ ਦਈਏ, ਉਹਦੇ ਅੱਗੇ ਆਪਣੀ ਆਰਡਰ ਲਿਸਟ ਰੱਖ ਦਈਏ, ਆਰਡਰ ਲਿਸਟ ਰੱਖ ਕੇ ਅਤੇ ਇਹ ਮੰਨੀਏ ਕਿ ਇਹ ਚੀਜ਼ ਸਾਨੂੰ ਸਾਰੀ ਹੀ ਹੁਣ ਮਿਲ ਜਾਣੀ ਹੈ। ਬਸ ਆਪਣੀ ਅਸੀਂ ਉਹਦੇ ਅੱਗੇ ਡਿਮਾਂਡ ਰੱਖਣੀ ਹੈ ਅਤੇ ਡਿਮਾਂਡ ਰੱਖ ਕੇ ਮੁੜ ਜਾਣਾ ਹੈ, ਅਤੇ ਉਹ ਰੱਬ ਸਾਨੂੰ ਨਾ ਕੁਝ ਕਵੇ, ਨਾ ਕੁਝ ਬੋਲੇ, ਨਾ ਸਾਡੇ ਤੋਂ ਪੁੱਛੇ ਤੂੰ ਕੀ ਕਰਦਾ ਹੈ, ਕੀ ਪਹਿਨਦਾ ਹੈ, ਕੀ ਖਾਣਾ ਹੈ, ਕਿੱਦਾਂ ਰਹਿਣਾ ਹੈ, ਕੀ ਕੀਤਾ ਹੀ।
ਉਹ ਮੈਨੂੰ ਕੋਈ ਸਵਾਲ ਨਾ ਕਰੇ। ਇਸ ਤਰ੍ਹਾਂ ਦਾ ਰੱਬ ਚਾਹੀਦਾ। ਤੇ ਸਾਡੇ ਪਾਂਡਿਆਂ ਨੇ ਦਿੱਤਾ ਹੋਇਆ, ਆਖੋ ਸਤਿਨਾਮ ਸ਼੍ਰੀ। ਸਾਡੇ ਪਾਂਡਿਆਂ ਨੇ ਦਿੱਤਾ ਹੋਇਆ। ਉਹ ਪਾਂਡਿਆਂ ਨੇ ਕੀ ਬਣਾਇਆ? ਕਹਿੰਦੇ ਆ ਪੱਥਰ ਦੀ ਮੂਰਤੀ ਹੈ, ਇਹਦੇ ਅੱਗੇ ਫੁੱਲ ਚੜਾਓ, ਇਹਦੇ ਅੱਗੇ ਧੂਫਾ ਦਿਖਾਓ, ਇਹਦੇ ਅੱਗੇ ਆਹ ਕਰੋ, ਆਹ ਕਰੋ, ਆਹ ਕਰੋ, ਆਹ ਕਰੋ, ਤੁਹਾਡੀਆਂ ਸਾਰੀਆਂ ਮਨੋਕਾਮਨਾ ਪੂਰੀਆਂ ਹੋ ਜਾਣੀਆਂ, ਬਸ ਦੱਸਣਾ ਦੇ ਜਿਓ ਸਾਨੂੰ। ਆਖੋ ਸਤਿਨਾਮ ਸ਼੍ਰੀ। ਤੁਹਾਡੀਆਂ ਅਰਦਾਸਾਂ ਅਸੀਂ ਕਰਦੇ ਹਾਂ, ਅਸੀਂ ਤੁਹਾਨੂੰ ਲੈ ਕੇ ਦਿੰਦੇ ਹਾਂ। ਗੁਰੂ ਵੀ ਫਿਰ ਇਸੇ ਤਰ੍ਹਾਂ ਦੇ ਬਣ ਗਏ, ਗੁਰੂ ਵੀ ਇਸੇ ਤਰ੍ਹਾਂ ਦੇ ਬਣ ਗਏ। ਉਹਨਾਂ ਨੂੰ ਪਤਾ ਹੈ ਅੱਜ ਕੱਲ੍ਹ ਨੱਚਣ ਦਾ ਜ਼ਮਾਨਾ ਹੈ, ਲੋਕਾਂ ਨੂੰ ਨੱਚਣ ਟੱਪਣ ਤੋਂ ਹਟਾਓ ਨਾ, ਕਿਉਂਕਿ ਇਹਨਾਂ ਕੋਲ 2 ਮਿੰਟ ਦੀ ਤਾਂ ਖੁਸ਼ੀ ਆਉਂਦੀ ਨੱਚਣ ਟੱਪਣ ਦੀ, ਭੰਗੜੇ ਪਾਉਣ ਦੀ। 2 ਮਿੰਟ ਤਾਂ ਉੱਦਾਂ ਤੇ 24 ਘੰਟੇ ਹੀ ਦੁਖੀ ਰਹਿੰਦੇ ਆ। 2 ਮਿੰਟ ਇਹਨਾਂ ਨੇ ਹੱਸਣਾ ਟੱਪਣਾ ਹੁੰਦਾ, ਕੋਈ ਚੁਟਕਲੇ, ਕੋਈ ਫਿਲਮਾਂ ਵੇਖਣੀਆਂ ਹੁੰਦੀਆਂ। ਇਹਨਾਂ ਨੂੰ ਬਸ ਆਪਣੀ ਨਿੰਦਿਆ ਚੁਗਲੀ 'ਚ ਹੀ ਰਸ ਆਉਂਦਾ। ਇੱਧਰ ਮੌਜਾਂ ਮਾਣਦੇ, ਕਦੀ ਇੱਧਰ ਘੁੰਮ ਲਿਆ, ਕਦੀ ਇੱਧਰ ਘੁੰਮ ਲਿਆ 2 ਮਿੰਟ। ਉਹ ਗੁਰੂ ਫਿਰ ਇਸ ਤਰ੍ਹਾਂ ਦੇ ਹੋ ਗਏ ਗਾਉਣ ਵਾਲੇ, ਉਹ ਲਵ ਚਾਰਜਰ ਬਣ ਗਏ। ਆਖੋ ਸਤਿਨਾਮ ਸ਼੍ਰੀ। ਕਿ ਅਸੀਂ ਜੀ ਲਵ ਚਾਰਜਰ ਜਾਂਦੇ। ਫਿਰ ਕਿੰਨੇ ਕੁ ਲਵ ਚਾਰਜਰ ਨਿਕਲੇ ਤੁਹਾਨੂੰ ਵੀ ਪਤਾ ਲੱਗਿਆ। ਆਖੋ ਸਤਿਨਾਮ ਸ਼੍ਰੀ। ਉਹ ਕਿਵੇਂ ਕਿਵੇਂ ਉਹਨਾਂ ਨੇ ਕਿੰਨਾ ਕਿੰਨਾ ਘਾਣ ਕੀਤਾ, ਕਿੰਨਾ ਕਿੰਨਾ ਸ਼ੋਸ਼ਣ ਕੀਤਾ, ਕਿੰਨੇ ਕਿੰਨੇ ਪਖੰਡ ਕੀਤੇ। ਤੇ ਅੱਜ ਵੀ ਕਰ ਰਹੇ ਆ। ਕੋਈ ਕਿਸੇ ਤਰੀਕੇ ਨਾਲ ਕਰ ਰਿਹਾ ਹੈ, ਕੋਈ ਕਿਸੇ ਤਰੀਕੇ ਨਾਲ, ਕੋਈ ਡਰਾ ਕੇ ਕਰ ਰਿਹਾ ਹੈ, ਕੋਈ ਬੰਦੇ ਨੂੰ ਲਾਲਚ ਦੇ ਕੇ ਕਰ ਰਿਹਾ ਹੈ, ਕੋਈ ਕਿਸੇ ਤਰ੍ਹਾਂ, ਪਰ ਸੱਚ ਨਹੀਂ ਦੱਸ ਰਿਹਾ ਕਿ ਬੰਦਿਆ ਤੂੰ ਦੁਖੀ ਕਿਉਂ ਹੋਇਆ। ਆਖੋ ਸਤਿਨਾਮ ਸ਼੍ਰੀ। ਦੁਖੀ ਕਿਉਂ? ਸੱਚ ਤਾਂ ਸਿਰਫ ਗੁਰਬਾਣੀ ਦੱਸਦੀ ਹੈ। ਤੇ ਉਹਦੇ ਤੇ ਵੀ ਅਸੀਂ ਹੁਣ ਪੱਟੀ ਲਾਉਣੇ ਆ। ਕੋਈ ਕਥਾਵਾਚਕ, ਕੋਈ ਰੱਬ ਦਾ ਪਿਆਰਾ ਜੇ ਗੁਰਬਾਣੀ ਨੂੰ ਮੰਨ ਕੇ ਕੋਈ ਖੋਜ ਕਰਕੇ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਦਾ ਨਾ, ਭਲਿਓ ਹੱਕ ਪਰਾਇਆ ਨਾਨਕਾ, ਉਸ ਸੂਅਰ ਉਸ ਗਾਏ ਗੁਰ ਪੀਰ ਹਾਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ। ਉਹ ਕਹਿੰਦੇ ਇਸ ਬਾਬੇ ਨੂੰ ਕਰੋ ਪਾਸੇ, ਆਪਾਂ ਤਾਂ ਮੱਥਾ ਟੇਕਣਾ ਹੈ ਤੇ ਅਰਦਾਸਾਂ ਕਰਨੀਆਂ, ਲਿਸਟ ਬੜੀ ਲੰਮੀ ਹੈ ਤੇ ਇਹਨੇ ਤਾਂ ਸਾਰੇ ਚੌਪੜ ਕਰ ਦੇਣਾ। ਆਖੋ ਸਤਿਨਾਮ ਸ਼੍ਰੀ। ਆਪਣੀ ਲਿਸਟ ਬੜੀ ਲੰਮੀ, ਆਪਾਂ ਬੇਈਮਾਨੀ ਵੀ ਕਰਨੀ ਹੈ, ਆਪਾਂ ਝੂਠ ਵੀ ਬੋਲਣਾ ਹੈ, ਆਪਾਂ ਮਾੜੇ ਕੰਮ ਵੀ ਕਰਨੇ ਆ ਤੇ ਰਹਿਣਾ ਗੁਰੂ ਦੇ ਸਿੱਖ ਹੀ ਆ। ਤੇ ਅਸੀਂ ਠੱਪਾ ਵੀ ਲਵਾਉਣਾ ਹੈ ਕਿ ਅਸੀਂ ਹਾਂ ਗੁਰੂ ਨਾਨਕ ਦੇ ਪੈਰੋਕਾਰ, ਪਰ ਕੰਮ ਉਹੀ ਕਰਨੇ ਆ ਜਿਹੜੇ ਬਾਬਰ ਕਰਦਾ ਸੀ। ਆਖੋ ਸਤਿਨਾਮ ਸ਼੍ਰੀ। ਕੰਮ ਉਹੀ ਕਰਨੇ ਜਿਹੜੇ ਮੰਦੇ ਕੰਮ ਔਰੰਗਜ਼ੇਬ ਕਰਦਾ ਸੀ। ਮੱਸੇ ਰੰਗੜ ਵਾਲੇ ਕੰਮ ਨੇ ਸਾਰੇ, ਪਰ ਅਸੀਂ ਵਾਰਸ ਮਹਿਤਾਬ ਸਿੰਘ ਦੇ ਬਣੇ ਹੋਏ ਆ। ਆਖੋ ਸਤਿਨਾਮ ਸ਼੍ਰੀ। ਇਹ ਸਾਡੀ ਹੁਣ ਮਨੋਦਸ਼ਾ ਹੋ ਗਈ ਹੈ ਤੇ ਸਾਡੇ ਬਾਬਿਆਂ ਨੂੰ ਬੜਾ ਪਤਾ ਹੈ ਇਸ ਵਾਲੇ। ਵੇਖੋ, ਮੈਂ ਸੱਚ ਜਾਣ ਕੇ ਕਹਿਣਾ, ਮੈਂ ਇੱਥੇ ਲੈਣ ਲਾ ਸਕਦਾ, ਤੁਹਾਡੇ ਪੈਸਿਆਂ ਦਾ ਇੱਥੇ ਢੇਰ ਲਾ ਸਕਦਾ। ਮਹਾਰਾਜ ਦੀ ਇੰਨੀ ਕਿਰਪਾ ਆ, ਜਿੰਨੀ ਮਹਾਰਾਜ ਨੇ ਸੋਝੀ ਦਿੱਤੀ ਹੈ ਨਾ, ਤੇ ਇਹ ਕਰ ਵੀ ਸਕਦਾ। ਮਹਾਰਾਜ ਤੋਂ ਡਰ ਕੇ ਕਹਿਣਾ ਆ, ਜੇ ਪਖੰਡ ਕਰਨ ਤੇ ਆਈਏ ਨਾ, ਪਖੰਡ ਕਰ ਵੀ ਸਕਦੇ। ਇੱਥੇ ਪੈਸਿਆਂ ਦਾ ਢੇਰ, ਇੱਥੇ ਬਹਿਣ ਨੂੰ ਜਗ੍ਹਾ ਨਾ ਲੱਭੇ। ਕਿਉਂ? ਲੋਕਾਂ ਦੀ ਮਨੋਦਸ਼ਾ ਪਤਾ ਹੈ ਕਿ ਇਹਨਾਂ ਨੂੰ ਚਾਹੀਦਾ ਕੀ। ਆਖੋ ਸਤਿਨਾਮ ਸ਼੍ਰੀ। ਇਹਨਾਂ ਨੂੰ ਚਾਹੀਦਾ ਕੀ ਹੈ? ਇਹਨਾਂ ਨੂੰ ਸਿਰਫ ਪਖੰਡ ਚਾਹੀਦਾ ਹੈ। ਇਹਨਾਂ ਨੂੰ ਸਿਰਫ, ਕਿਉਂਕਿ ਉਹ ਪਖੰਡ ਕਰ ਰਹੇ ਨੇ, ਉਹਨਾਂ ਨੂੰ ਖੁਦ ਹੀ ਨਹੀਂ ਪਤਾ। ਉਹ ਭਰਮ ਵਿੱਚ ਜੀ ਰਹੇ ਨੇ, ਉਹਨਾਂ ਨੂੰ ਖੁਦ ਹੀ ਨਹੀਂ ਪਤਾ। ਕਿਉਂ? ਕਿਉਂਕਿ ਉਹਨਾਂ ਦੇ ਮਾਈਂਡ ਨੂੰ ਕਿਸੇ ਨੇ ਕੰਟਰੋਲ ਕਰ ਲਿਆ ਤੇ ਇਸ ਤਰ੍ਹਾਂ ਦੇ ਭਰਮ ਵਿੱਚ ਪਾ ਦਿੱਤਾ ਕਿ ਤੁਸੀਂ ਸਾਰੇ ਹੀ ਧਰਮ ਦੇ ਕੰਮ ਕਰ ਰਹੇ ਹੋ, ਤੁਸੀਂ ਸਾਰੇ ਹੀ ਮਹਾਨ ਹੋ, ਤੁਸੀਂ ਸਾਰੇ ਹੀ ਸੰਤ ਹੋ, ਤੁਹਾਡੇ ਤੇ ਗੁਰੂ ਦੀ ਬੜੀ ਖੁਸ਼ੀ ਹੈ, ਗੁਰੂ ਨਾਨਕ ਤੁਹਾਡੇ ਤੇ ਬਹੁਤ ਖੁਸ਼ ਹੋ ਰਿਹਾ ਹੈ, ਰੱਬ ਤੁਹਾਡੇ ਤੇ, ਸ਼੍ਰੀ ਰਾਮਚੰਦਰ ਤੁਹਾਡੇ ਤੇ ਬੜੇ ਖੁਸ਼ ਨੇ। ਭਾਵੇਂ ਮੁਸਲਮਾਨ ਨੂੰ ਮਾਰੋ, ਭਾਵੇਂ ਸਿੱਖਾਂ ਨੂੰ ਮਾਰੋ, ਭਾਵੇਂ ਈਸਾਈਆਂ ਨੂੰ ਮਾਰੋ, ਤੁਹਾਡੇ ਤੇ ਰਾਮਚੰਦਰ ਬੜਾ ਖੁਸ਼ ਹੈ, ਨਾਅਰੇ ਲਾਓ। ਉਹਨਾਂ ਦੀ ਮੈਂਟੈਲਿਟੀ, ਉਹਨਾਂ ਦੀ ਸੋਚ ਇਸ ਤਰ੍ਹਾਂ ਦੀ ਕਰ ਦਿੱਤੀ। ਹਿੰਦੂਆਂ ਦੇ ਪੈਰੋਕਾਰਾਂ ਦਾ ਨਾਮ ਲੈ ਕੇ, ਸਿੱਖਾਂ ਦੇ ਜਿਹੜੇ ਵੀ ਗੁਰੂ ਸਾਹਿਬ ਨੇ ਜਾਂ ਕਿਸੇ ਵੀ ਧਰਮ ਦੇ ਰਹਿਬਰ ਨੇ, ਉਹਨਾਂ ਦਾ ਨਾਮ ਲੈ ਕੇ, ਵੇਖੋ ਮੁਹੰਮਦ ਸਾਹਿਬ ਥੋੜ੍ਹੀ ਕਹਿ ਰਿਹਾ ਕਿ ਇਨਸਾਨਾਂ ਨੂੰ ਮਾਰੋ, ਰੱਬ ਦੇ ਅੰਦਰ ਦਇਆ ਵਾਲਾ ਇਨਸਾਨ ਥੋੜ੍ਹੀ ਕਹੇਗਾ ਕਿਸੇ ਨੂੰ ਮਾਰੋ। ਪਰ ਇੱਕ ਕਾਜੀ ਨੇ ਮਾਈਂਡ ਸੈੱਟ ਕਰ ਦਿੱਤਾ ਨਾ, ਬਾਕੀ ਸਾਰੇ ਕਾਫਰ ਤੂੰ ਮਹਾਨ ਹੈ। ਆਖੋ ਸਤਿਨਾਮ ਸ਼੍ਰੀ। ਇਹ ਮਾਈਂਡ ਸਾਡੇ ਸੈੱਟ ਕੀਤੇ ਜਾਂਦੇ ਆ ਤੇ ਧਰਮ ਦੇ ਨਾਮ ਤੇ ਬੜਾ ਪਖੰਡ ਹੁੰਦਾ ਹੈ। ਇਹ ਰੋਜ਼ ਅਸੀਂ ਤਪ ਪ੍ਰਸਾਦ ਸਵਈਏ ਪੜ੍ਹਦੇ ਆ ਨਾ, ਮੈਂ ਕਈ ਵਾਰੀ ਪੜ੍ਹਦਾ ਹੁੰਦਾ ਸੀਗਾ ਕਿ ਸਵੇਰੇ ਸਵੇਰੇ ਅੰਮ੍ਰਿਤ ਵੇਲਾ ਹੈ। ਤੁਸੀਂ ਵੇਖੋ, ਸਵੇਰੇ ਸਵੇਰੇ ਅੰਮ੍ਰਿਤ ਵੇਲਾ ਹੈ ਤੇ ਅੰਮ੍ਰਿਤ ਵੇਲੇ ਤਾਂ ਰੱਬ ਨਾਲ ਜੁੜਨ ਦੀ ਗੱਲ ਹੋਣੀ ਚਾਹੀਦੀ ਹੈ ਕਿ ਰੱਬ ਇਸ ਤਰ੍ਹਾਂ ਦਾ ਹੈ, ਇਸ ਤਰ੍ਹਾਂ ਦਾ ਹੈ, ਰੱਬ ਨੂੰ ਪਿਆਰ ਕਰਨਾ ਚਾਹੀਦਾ ਹੈ। ਪਰ ਜਦੋਂ ਤੁਸੀਂ ਤਪ ਪ੍ਰਸਾਦ ਸਵਈਏ ਪੜ੍ਹੋਗੇ ਨਾ, ਉੱਥੇ ਸਭ ਪਖੰਡ ਦਾ ਵਿਰੋਧ ਕੀਤਾ ਹੋਇਆ ਹੈ। ਸ਼ਰਾਵਕ ਸੁਧ ਸਮੂਹ ਸਿਧਾਨ ਕੇ, ਦੇਖ ਫਿਰਿਓ ਘਰ ਜੋਗ ਜਤੀ ਕੇ, ਸੂਰ ਸੁਰਾਰਦਨ ਸੁਧ ਸੁਦਾਜਿਕ ਸੰਤ ਸਮੂਹ ਅਨੇਕ ਮਤੀ ਕੇ, ਸਾਰੇ ਹੀ ਦੇਸ਼ ਕੋ ਦੇਖ ਰਿਓ ਮਤ ਕੋ ਨਾ ਦੇਖੀਅਤ ਪ੍ਰਾਣਪਤੀ ਕੇ। ਮਹਾਰਾਜ ਕਹਿੰਦੇ ਜਿੰਨੇ ਸਰੇਵੜੇ, ਜਿੰਨੇ ਬੋਧੀ, ਜਿੰਨੇ ਆ ਸਭ ਤੇ ਕਾਂਟਾ ਮਾਰੀ ਗਏ। ਆਖੋ ਸਤਿਨਾਮ। ਸੰਤ ਸਮੂਹ ਅਨੇਕ ਮਤੀ ਦੇ, ਤੇ ਸੰਤਾਂ ਦੀ ਤਾਂ ਅਨੇਕਾਂ ਮੱਤ ਨਹੀਂ ਹੁੰਦੀ, ਕਿਉਂਕਿ ਰੱਬ ਇੱਕ ਹੈ ਤੇ ਸੰਤ ਦੀ ਮੱਤ ਇੱਕ ਹੈ।
ਜੇ ਕਬੀਰ ਸੰਤ ਹੈ ਤੇ ਬਾਬਾ ਫਰੀਦ ਵੀ ਸੰਤ ਹੈ, ਦੋਵਾਂ ਦੀ ਮੱਤ ਇੱਕ ਹੈ, ਵਿਚਾਰ ਕੇ ਵੇਖ ਲੈਣਾ। ਇੱਕ ਨੂੰ ਮੁਸਲਮਾਨ ਕਹਿੰਦੇ, ਇੱਕ ਨੂੰ ਹਿੰਦੂ ਕਹਿੰਦੇ ਆ। ਬਾਹਰ ਦੇ ਪਹਿਰਾਵੇ ਦਾ ਫਰਕ ਹੈ, ਪਰ ਮੱਤ ਉਹਨਾਂ ਦੀ ਇੱਕ ਹੈ। ਭਗਤਾਂ ਦੀ ਮੱਤ ਇੱਕ ਹੈ, ਜਿਹੜੇ ਸੰਤ ਨੇ ਉਹਨਾਂ ਦੀ ਮੱਤ ਵੱਖੋ ਵੱਖਰੀ ਨਹੀਂ, ਉਹਨਾਂ ਦੀ ਮਰਿਆਦਾ, ਉਹਨਾਂ ਦੇ ਗੁਣ, ਉਹਨਾਂ ਦਾ ਸੁਭਾਅ ਇੱਕ ਹੁੰਦਾ ਹੈ। ਪਰ ਅਸੀਂ ਕਿਹਾ ਜੀ ਸੰਤਾਂ ਦੀ ਮੱਤ ਵੱਖਰੀ ਹੁੰਦੀ। ਸੰਤਾਂ ਦੀ ਮੱਤ ਨਹੀਂ ਵੱਖਰੀ ਹੁੰਦੀ, ਮਨਮੁਖਾਂ ਦੀ ਮੱਤ ਵੱਖੋ ਵੱਖਰੀ ਹੁੰਦੀ। ਆਖੋ ਸਤਿਨਾਮ ਸ਼੍ਰੀ। ਗੁਰਮੁਖ ਦੀ ਮੱਤ ਵੱਖੋ ਵੱਖਰੀ ਨਹੀਂ ਹੁੰਦੀ। ਜੇ ਤੁਸੀਂ ਗੁਰਮੁਖ ਬਣੋ, ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮੰਨੋ, ਜੇ ਮੈਂ ਗੁਰਮੁਖ ਬਣਾਂਗਾ ਜਾਂ ਤੁਸੀਂ ਬਣੋਗੇ, ਕੋਈ ਵੀ ਬਣੇਗਾ, ਤੇ ਆਪਾਂ ਕਵਾਂਗੇ ਅਕਾਲ ਤਖਤ ਸਾਹਿਬ ਦੀ ਮਰਿਆਦਾ ਮੰਨਣੀ ਚਾਹੀਦੀ ਹੈ, ਅੰਮ੍ਰਿਤ ਵੇਲੇ ਉੱਠਣਾ ਚਾਹੀਦਾ ਹੈ, ਬਾਣੀ ਪੜ੍ਹਨੀ ਚਾਹੀਦੀ ਹੈ, ਰਹਿਤ ਮਰਿਆਦਾ ਰੱਖਣੀ ਚਾਹੀਦੀ ਹੈ, ਸੱਚ ਤੇ ਤੁਰਨਾ ਚਾਹੀਦਾ ਹੈ। ਪਰ ਜੇ ਮੈਂ ਭੇਖੀ ਹੋਵਾਂਗਾ, ਮੈਂ ਕਹਾਂਗਾ ਅੰਮ੍ਰਿਤ ਵੇਲੇ ਦੀ ਲੋੜ ਹੀ ਕੋਈ ਨਹੀਂ। ਆਖੋ ਸਤਿਨਾਮ ਸ਼੍ਰੀ। ਦੂਜਾ ਕਹੇਗਾ ਲੋੜ ਨਹੀਂ, ਤੀਜਾ ਕਹੇਗਾ ਲੋੜ ਨਹੀਂ, ਉਹ ਭੇਖ। ਤਾਂ ਉੱਥੇ ਸਾਹਿਬ ਜੀ ਨੇ ਬੜਾ ਕਿਹਾ, ਮਹਾਰਾਜ ਨੇ ਕਿਹਾ, ਕੂਰ ਕਿਰਿਆ ਉਰਜੋ ਸਭ ਹੀ ਜਗ ਸ਼੍ਰੀ ਭਗਵਾਨ ਕੋ ਭੇਦ ਨਾ ਪਾਇਓ। ਹੁਣ ਸਵੇਰੇ ਸਵੇਰੇ ਅੰਮ੍ਰਿਤ ਵੇਲੇ ਕੋ ਬਤਾਨ ਕੋ ਪੂਜਤ ਹੈ ਪਸ। ਸਵੇਰੇ ਸਵੇਰੇ ਕਹਿਣਾ ਕੋਈ ਬੁੱਤਾਂ ਨੂੰ ਪੂਜਦੇ ਪਸ਼ੂ ਨੇ, ਕੋ ਮਰਤਾਨ ਕੋ ਪੂਜਣ ਧਾਇਓ, ਕੋਈ ਮੁਰਦਿਆਂ ਨੂੰ ਪੂਜੀ ਜਾਂਦੇ ਆ, ਪਸ਼ੂ ਨੇ, ਪਸ਼ੂ ਬਿਰਤੀ ਇਹਨਾਂ ਦੀ। ਕਾਉ ਲੈ ਲਿੰਗ ਗਰੇ ਲਟਕਾਇਓ। ਮਹਾਰਾਜ ਨੇ ਕਿੰਨੀਆਂ ਕਿੰਨੀਆਂ ਗੱਲਾਂ ਕਹੀਆਂ। ਹੁਣ ਉੱਥੇ ਪਖੰਡ ਦਾ ਜ਼ਿਕਰ ਕੀਤਾ, ਤੇ ਉਹ ਵੀ ਅੰਮ੍ਰਿਤ ਵੇਲੇ ਕੀਤਾ। ਭਲੇ ਉਹ ਪਤਾ ਕਿਉਂ ਕੀਤਾ? ਧਰਮ ਦੇ ਨਾਮ ਤੇ ਪਖੰਡ ਹੈ ਹੀ ਬੜਾ। ਆਖੋ ਸਤਿਨਾਮ ਸ਼੍ਰੀ। ਧਰਮ ਦੇ ਪਹਿਲਾਂ ਵੇਖੋ ਰੱਬ ਦੀ ਵਿਆਖਿਆ ਵੀ ਕੀਤੀ ਗੁਰਬਾਣੀ ਨੇ। ਜਪਜੀ ਸਾਹਿਬ ਪੜ੍ਹੋਗੇ, ਜਾਪ ਸਾਹਿਬ ਪੜ੍ਹੋਗੇ, ਦੋਵੇਂ ਬਾਣੀਆਂ ਰੱਬ ਦੀ ਵਿਆਖਿਆ ਕਰਦੇ ਨੇ ਕਿ ਰੱਬ ਦੀ ਕੁਦਰਤ ਕਿਵੇਂ ਦੀ ਹੈ ਤੇ ਰੱਬ ਕਿਵੇਂ ਦਾ। ਜਪਜੀ ਸਾਹਿਬ ਨੂੰ ਪੜ੍ਹੋਗੇ, ਰੱਬ ਦੇ ਹੁਕਮ ਤੇ ਹੁਕਮੀ ਦੀ ਵਿਆਖਿਆ, ਉਹਦੀ ਕੁਦਰਤ ਕਿਵੇਂ ਦੀ ਹੈ ਉਹਦੇ 'ਚ ਵਿਆਖਿਆ ਕੀਤੀ, ਧਰਮ ਕਿਵੇਂ ਦਾ ਹੋਣਾ ਚਾਹੀਦਾ ਹੈ। ਫਿਰ ਨਿਰਗੁਣ ਸਰੂਪ, ਪਹਿਲਾਂ ਸਰਗੁਣ ਸਰੂਪ ਦੀ ਵਿਆਖਿਆ। ਜਪਜੀ ਸਾਹਿਬ ਪੜ੍ਹੋਗੇ, ਸਰਗੁਣ ਸਰੂਪ ਦੀ ਵਿਆਖਿਆ, ਨਾਲ ਨਿਰਗੁਣ ਦਾ ਝਲਕਾਰਾ ਵੀ ਪੈਂਦਾ ਹੈ। ਪਰ ਨਿਰੋਲ ਨਿਰਗੁਣ ਦੀ ਵਿਆਖਿਆ ਜਾਪ ਸਾਹਿਬ ਹੈ। ਨਿਰੋਲ ਨਿਰਗੁਣ ਦਾ ਮਤਲਬ ਜਿਹੜਾ ਆਕਾਰ ਤੋਂ ਰਹਿਤ ਵਾਹਿਗੁਰੂ ਹੈ। ਨਮਸਤੰ ਆਕਾਏ, ਨਮਸਤੰ ਆ ਜਾਏ, ਨਮਸਤੰ ਆ ਗੰਜੇ, ਨਮਸਤੰ ਆ ਭੰਜੇ। ਉੱਥੇ ਸਰੀਰ ਦਾ ਜ਼ਿਕਰ ਨਹੀਂ ਹੈ, ਉੱਥੇ ਕਾਇਆ ਤੋਂ ਰਹਿਤ ਹੈ, ਉੱਥੇ ਜਨਮ ਤੋਂ ਰਹਿਤ ਹੈ। ਨਾ ਪੁੱਤਰ ਹੈ, ਨਾ ਪੁੱਤਰੇ, ਨਾ ਸੱਤਰੇ, ਨਾ ਮਿੱਤਰੇ, ਨਾ ਤਾਤ ਹੈ, ਨਾ ਮਾਤ ਹੈ, ਨਾ ਜਾਤ ਹੈ, ਨਾ ਪਾਤ ਹੈ। ਉੱਥੇ ਕਾਇਆ ਤੋਂ ਰਹਿਤ ਜ਼ਿਕਰ ਹੈ, ਨਿਰਗੁਣ ਸਰੂਪ ਦਾ ਜ਼ਿਕਰ ਹੈ। ਪਹਿਲਾਂ ਸਰਗੁਣ ਦੀ ਵਿਆਖਿਆ ਕੀਤੀ ਕਿ ਅਸੰਖ ਜਪ, ਅਸੰਖ ਭਾਓ, ਅਸੰਖ ਪੂਜਾ, ਅਸੰਖ ਤਪਤਾਓ। ਉੱਥੇ ਮਹਾਰਾਜ ਨੇ ਕਿਹਾ ਪਾਤਾਲ ਨਾ ਪਾਤਾਲ ਲੱਖ। ਇਹ ਰੱਬ ਦੇ ਸਰਗੁਣ ਸਰੂਪ ਦੀ ਵਿਆਖਿਆ ਕਿ ਰੱਬ ਬਾਹਰੋਂ ਕਿੰਨਾ ਵੱਡਾ ਹੈ, ਫਿਰ ਅੰਦਰੋਂ ਕਿੰਨਾ ਵੱਡਾ ਹੈ ਨਿਰਗੁਣ ਸਰੂਪ ਵਿੱਚ। ਇਹ ਦੋਵੇਂ ਬਾਣੀਆਂ ਪਿਆਰ ਨਾਲ ਤਾਂ ਪੜ੍ਹ ਕੇ ਵੇਖੋ। ਪਹਿਲਾਂ ਰੱਬ ਦੇ ਨਾਲ ਜੋੜਿਆ, ਫਿਰ ਮਹਾਰਾਜ ਨੇ ਵਹਿਮਾਂ ਤੋਂ ਬਚਾਇਆ ਕਿ ਰੱਬ ਦੇ ਨਾਮ ਤੇ ਇੰਨੇ ਇੰਨੇ ਵਹਿਮ ਵੀ ਹੁੰਦੇ ਪਏ ਆ। ਤੀਜੀ ਬਾਣੀ ਜਿਹੜੀ ਹੈ ਨਾ, ਉਹ ਵਹਿਮ ਦੀ ਹੈ ਕਿ ਜਿਹੜਾ ਅਸੀਂ ਸੱਚ ਦੇ ਨਾਮ ਤੇ ਪਖੰਡ ਕੀਤਾ ਹੈ। ਕਿ ਮਹਾਰਾਜ ਨੇ ਕਿਹਾ ਕਿ ਨਹਾਤ ਲਿਓ ਫਿਰੇ ਸਾਤ ਸਮੁੰਦਰਨ ਲੋਕ ਗਇਓ ਪਰਲੋਕ ਗਵਾਇਓ। ਇਹ ਪਖੰਡ ਦਾ ਖੰਡਨ ਹੈ ਨਾ। ਕੋ ਬਤਾਨ ਕੋ ਪੂਜਤ ਹੈ ਪਸ। ਬੁੱਤਾਂ ਨੂੰ ਪੂਜ ਰਿਹਾ, ਪੱਥਰਾਂ ਨੂੰ ਪੂਜ ਰਿਹਾ, ਤੇ ਰੱਬ ਦੇ ਨਾਮ ਤੇ ਪੂਜ ਰਿਹਾ। ਪਹਿਲਾਂ ਕਿਹਾ ਰੱਬ ਹੈ, ਪਰ ਜਿਵੇਂ ਦਾ ਤੁਸੀਂ ਮੰਨ ਕੇ ਬੈਠੇ ਉਵੇਂ ਦਾ ਨਹੀਂ ਹੈ। ਆਖੋ ਸਤਿਨਾਮ ਸ਼੍ਰੀ। ਫਿਰ ਉਹਦੀ ਮਿਲਣ ਦੀ ਵੀ ਗੱਲ ਦੱਸੀ ਕਿ ਸਾਚ ਕਹੂੰ ਸੁਣ ਲਿਓ ਸਭੈ ਜਿਨ ਪ੍ਰੇਮ ਕੀਓ ਤੇ ਨਹੀਂ ਪ੍ਰਭ ਪਾਇਓ। ਜਿਨ੍ਹਾਂ ਨੇ ਰੱਬ ਨਾਲ ਪਿਆਰ ਕੀਤਾ ਉਹਨਾਂ ਨੂੰ ਹੀ ਰੱਬ ਮਿਲਦਾ ਹੈ। ਤੇ ਮਿਲਦਾ ਕਿਵੇਂ ਆ? ਪਿਆਰ ਕਿਵੇਂ ਪੈਦਾ ਹੁੰਦਾ? ਚੌਪਈ ਸਾਹਿਬ ਦਾ ਪਾਠ ਕਰੋ, ਭਾਵ ਅਰਦਾਸ ਕਰੋ। ਅਰਦਾਸ ਨਾਲ ਮਿਲਦਾ, ਉਹ ਆਪਣੇ ਯਤਨ ਨਾਲ ਨਹੀਂ ਮਿਲਦਾ। ਫਿਰ ਪੰਜਵਾਂ ਆਨੰਦ ਹੀ ਆਨੰਦ ਹੈ। ਆਖੋ ਸਤਿਨਾਮ ਸ਼੍ਰੀ। ਤੇ ਉਹ ਆਨੰਦ ਕਿਵੇਂ ਕਾਇਮ ਰਹਿ ਸਕਦਾ? ਉਹ ਵੀ ਮਰਿਆਦਾ ਦੱਸੀ ਹੋਈ ਹੈ। ਆਨੰਦ ਆ ਜਾਏ ਉਹ ਕਿਵੇਂ ਕਾਇਮ ਰਹਿ ਸਕਦਾ ਜੀਵਨ ਦੇ ਵਿੱਚ? ਉਹ ਸਾਰੀ ਮਰਿਆਦਾ ਕਿਤੇ ਫਿਰ ਆਪਾਂ ਹੌਲੀ ਹੌਲੀ ਬਾਣੀਆਂ 'ਚ ਬੜਾ ਕੁਝ ਵਿਚਾਰਨ ਵਾਲਾ ਹੈ। ਆਖੋ ਸਤਿਨਾਮ ਸ਼੍ਰੀ। ਤਾਂ ਕਰਕੇ ਇੱਕ ਦਿਨ ਦੇ ਵਿੱਚ ਤਾਂ ਕੁਝ ਵੀ ਨਹੀਂ ਨਾ, ਤਾਂ ਕਰਕੇ ਮੇਰਾ ਕਈ ਵਾਰੀ ਟਾਈਮ ਵੀ ਜ਼ਿਆਦਾ ਲੱਗ ਜਾਂਦਾ। ਪਰ ਹੁਣ ਮੈਂ ਸੋਚਦਾ ਇੱਕ ਦਿਨ 'ਚ ਹੀ ਥੋੜ੍ਹੀ ਸਾਰਾ ਕੁਝ ਗਿਆ ਜਾਣਾ ਹੈ। ਆਖੋ ਸਤਿਨਾਮ ਸ਼੍ਰੀ। ਇਹ ਤਾਂ ਵਿਸ਼ੇ ਬਣਾਉਣੇ ਪੈਣੇ, ਸਾਨੂੰ ਟਾਈਮ ਕੱਢਣਾ ਪੈਣਾ, ਵਿਸ਼ੇ ਕੱਢਣੇ ਪੈਣੇ। ਇੱਕ ਇੱਕ ਵਿਸ਼ੇ 'ਤੇ ਬੋਲਿਆ ਜਾ ਸਕਦਾ ਹੈ। ਇੱਕ ਇੱਕ ਚੀਜ਼ 'ਤੇ ਇੱਕ ਇੱਕ ਅੱਖਰ 'ਤੇ PhD ਹੋ ਜਾਂਦੀ ਹੈ। ਆਖੋ ਸਤਿਨਾਮ ਸ਼੍ਰੀ। ਅਤੇ PhD ਹੋ ਕੇ ਵੀ ਉਹ ਅੱਖਰ ਕੰਪਲੀਟ ਨਹੀਂ ਹੈ। ਗਿਆਨ ਦੀ ਕੋਈ ਸੀਮਾ, ਮੈਂ ਪਹਿਲਾਂ ਕਹਿ ਰਿਹਾ ਕਿ ਗਿਆਨ ਦੀ ਕੋਈ ਸੀਮਾ ਨਹੀਂ ਹੈ। ਸੀਮਾ ਕਦੋਂ ਬਣਦੀ? ਜਦੋਂ ਅਸੀਂ ਬਾਉਂਡਰੀ ਲਾ ਦਿੰਦੇ ਹਾਂ। ਧਰਤੀ ਦੀ ਥੋੜ੍ਹੀ ਸੀਮਾ ਹੈ, ਅਸੀਂ ਹੀ ਬਾਉਂਡਰੀ ਖਿੱਚੀ ਹੈ। ਆਕਾਸ਼ ਦੀ ਥੋੜ੍ਹੀ ਕੋਈ ਸੀਮਾ ਹੈ, ਅਸੀਂ ਹੀ ਬਾਉਂਡਰੀ ਖਿੱਚ ਦਿੰਦੇ ਹਾਂ ਕਿ ਆਹ ਇੰਡੀਆ ਦਾ ਆਕਾਸ਼ ਹੈ, ਚਾਈਨਾ ਦਾ ਆਕਾਸ਼ ਹੈ। ਉਹ ਕੋਈ ਸੀਮਾ ਹੁੰਦੀ? ਆਖੋ ਸਤ।
मैं तुहानू पहला कह रहा, एक छोटी चीज़ तो लैके वड्डी चीज़ तक किसी की भी कोई सीमा नहीं है। सीमा उदों बन जाती जो असीं उहदा दायरा खिच देने आ। कोई भी कला का दायरा खिच देने आ, संगीत का दायरा खिच दोगे वो सीमा च हो जाएगा। किसी भी चीज़ की तुसी सीमा बना दोगे ना कि जिहड़ा विग्यानक कह रहा बस इस तो अगे कुछ नहीं, उत्थे रुक जाएगी। विग्यान अज कह दे, सारे विग्यान अज कह देना, विग्यानक कह देन जिन्ना असीं खोज लिया इस तो उत्ते खोजण की लोड़ नहीं। जिन्ने च तुसीं इत्थे हो ना डिवेलपमेंट कीती, इत्थे ही रहोगे, इस तो वध नहीं कुछ कर सकते। आखो सतनाम श्री, इत्थे रहोगे, इस तो वध नहीं। जिहड़ा डॉक्टर कह दे जिन्ना मैं खोजना सी खोज लिया, इस तो अगे कुछ नहीं, वो नहीं फिर गां नहीं तुर सकदा। इसे तरह धर्म की दुनिया है, धर्म की दुनिया च असीं उत्थे ही रुक जाने आ जो असीं पुरातन समय तो ले मेरे बाबे इस तरह कहिंदे सी, मेरे की पता हो सकदा वो गलती कहिंदे होण। आखो सतनाम श्री, तो हो सकदा वो सही भी कहिंदे होण, पर किसी विचार के आधार ते मन्नेगा ना सही की सी ते गलत की सीगा। वो इसे तरह धर्म के नाम ते कुछ गल्लां गलत हो जांदियां, लोग पीढ़ी दर पीढ़ी उन्होंने पक्का कर लेंदे। क्यों? साडे वड्डे इदां कहिंदे सी, वड्डे हो सकदा खूह च छाल मारदे होण ते तुम ही मारना है। आखो सतनाम श्री, वड्डे हो सकदा सारी उम्र रोंदे रहे होण ते तुम ही रोना ही है। ये चीज़ां नहीं जिहड़ियां उन्हां दियां चंगियां आदतां सी वो ग्रहण करो, क्योंकि वेखो विकास तां ही हुंदा जे पिछे लैके चलदे हो, कुछ पिछोकड़ नूं लैके चलदे हो, ते विनाश भी तां ही हुंदा जे गलतियां नूं नाल लैके चलदे हो। दोवें चीज़ां नाल नाल ही चलदियां। जे विकास करना किसी नूं आधार तां बनाउणे पैगा ना, बेस तां बनाउणे पैगा ना। वेखो मैं अज वाजा वेखिआ ते मैं कहां मैं अपने आप सीखना है, हो सकदा मैं सारी उम्र सारा गा सापा भी ना कढ़ सकां। आखो सतनाम श्री, क्यों मैनूं इहनूं करदिਆਂ इन्ना टाइम लग जाए, पर जिन्हां ने इहदे ते समां लाया होया उन्हां दा सारा जीवन का जिहड़ा ज्ञान है ना मैं 1-2 महीने जां 1 साल च लै सकदा। आखो सतनाम श्री, उन्हां दियां चंगियां गल्लां वो दसणगे, इत्थों ऐ नहीं निकलदा, इत्थों ऐ निकलदा, इत्थों जिवें विग्यानक ने एक चीज़ दे उत्ते अपना ध्यान जोड़ के एक बल्ब एक दिन च थोड़ी बन गया सी। आखो सतनाम श्री, एक बल्ब एक दिन च थोड़ी बन गया। एक बल्ब उन्होंने बनाउण लग्या उन्होंने हज़ारां एक्सपैरीमेंट करने पे ते हज़ारां वाल फेल होया, ते फेल ते वो कांटा मारदा गया, कांटा मारदा गया, कांटा मारदा गया, कांटा मारदा गया। भलिओ ये भी नहीं, 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 एक चीज़ हथ लग गई। आखो सतनाम श्री, एक चीज़ उन्होंने एक फॉर्मूला हथ लग गया कि ऐ बल्ब बनता है। उसनों फिर उन्हें क्या इस तरह बनता है तो उन्होंने होर डिवेलप करो। तो जे कहता बनता तो इदा ही फॉर्मूला तो यह है, पर इनू होर खोजो, तुसी होर भी खोज सकते हो। तो वेखो छोटा जिहा बल्ब सी अज किन्ना LED लाइट बन गई। खोज का कोई सीमा थोड़ी, दायरा थोड़ी है। असी तो दायरा लाता धर्म के उत्ते, असी तो बाउंड्री लाती। प्यार की भी कोई सीमा नहीं, ज्ञान की भी कोई सीमा नहीं है। पर मैं जिहड़ी बेनती कर रहा सीगा, गल विचार कित्थों शुरू हुई तो कित्थे चले गई। गल ये सीगी कि भलिओ धर्म के नाम ते पखंड बड़ा है, धर्म के नाम ते शोषण बड़ा किया जाता है। इस करके आसा की वार असीं रोज़ करते हैं। आसा की वार का कीर्तन की मर्यादा हरमंदर साहिब तुसीं वेख सकते हो, तो उहदे विच सारा ही पखंड का जिक्र किया होया है। महाराज ने कहा आ वेखो धर्म के नाम से नचते आ टपते आ, ये सब पखंड है। पत्थरां नूं पूजदे सब पखंड है। जिहड़े राजे लोभी हो गए, पापी हो गए, सब महाराज कहते बेईमानी दे माया के रस्ते ते तुर रहे आ। किन्ने क पखंडां दा जिक्र किया है, तुसीं अंदाजा भी नहीं ला सकते। आखो सतनाम श्री, फिर नाल कला पखंड का जिक्र नहीं किया, फिर सच का राह भी दस्सिया। ये नहीं कि रब नहीं हैगा, पर है, पर किवें दा है, किदां दा है, किवें मिल सकदा, उनका भी जिक्र किया। तो जदों मेरे वर्गा कोई पखंड बाबा ज्ञानी स्टेज पर बहिंदा है, वो यही कही जाता आ भी नहीं, आ भी नहीं, आ भी नहीं, आ भी नहीं, तो लोग बैठने वाले कहते रब भी नहीं। आखो सतनाम श्री, वो असीं अंदाजा ये ला लेने आ रब भी नहीं, फिर होया ही नहीं, कुछ होया ही नहीं। नहीं भलिओ सच की नकल हुंदी है, पर सच भी तो हुंदा है ना। आखो सतनाम श्री, नकल नूं सच ना मन लो, इस करके इहदा विरोध किया जाता है। सच नकल नूं सच ना मान लो, एक्टिंग नूं सच ना मान लो, उहदे च सच नूं खोजो कि सच असल विच की है। गुरबाणी नूं तां ही महाराज ने कहा कि जिहड़ा खोजदा है उही उहनूं कुछ मिलदा है। तो मैं जिहड़ी बेनती कर रहा सी, एक हिपनोटाइज किया जाता। हिपनोटाइज का मतलब बंदे दी मनोबिरती नूं पढ़ के
ਉਹਦੇ ਮੁਤਾਬਕ ਉਹਨੂੰ ਕਰਮ ਦੇ ਕੇ ਤੇ ਆਪਣੇ ਵਸ ਵਿੱਚ ਕਰ ਲੈਣਾ। ਬੰਦੇ ਦੀ ਮਨੋਬਿਰਤੀ ਪੜ੍ਹ ਕੇ, ਉਹਦੀ ਮਨੋਦਸ਼ਾ ਪੜ੍ਹ ਕੇ, ਇੱਕ ਬੜਾ ਵੱਡਾ ਵਿਗਿਆਨ ਹੈ ਜਿਹਨੂੰ ਅੱਜ ਵਿਗਿਆਨਕ ਕਰ ਰਹੇ। ਤੇ ਮੈਂ ਤੁਹਾਨੂੰ ਬੇਨਤੀਆਂ ਕਰ ਚੁੱਕਿਆ, ਜਿੰਨੀਆਂ ਵੀ ਕੰਪਨੀਆਂ ਨੇ ਇਹ ਵਿਗਿਆਨ ਦਾ ਸਹਾਰਾ ਲੈ ਕੇ ਸਾਡੇ ਮਾਈਂਡ ਨੂੰ ਸੈਟਅਪ ਕੀਤਾ ਹੋਇਆ ਉਹਨਾਂ ਨੇ। ਅਸੀਂ ਉਹਦੇ ਤੋਂ ਬਾਹਰ ਨਾ ਸੋਚ ਰਹੇ ਹਾਂ, ਨਾ ਵੇਖ ਰਹੇ ਹਾਂ, ਨਾ ਅਸੀਂ ਕੁਝ ਬੋਲ ਰਹੇ ਹਾਂ। ਤੇ ਇਹ ਗੱਲ ਇਹਨਾਂ ਲੋਕਾਂ ਨੂੰ ਹੁਣ ਕੁਝ ਸਮਝ ਪੈਂਦੀ ਜਾਂਦੀ। ਉਹ ਮੋਬਾਈਲ ਤੋਂ ਖਹਿੜਾ ਛਡਾ ਰਿਹਾ, ਮੀਡੀਆ ਤੋਂ ਖਹਿੜਾ ਛਡਾ ਰਿਹਾ ਕਿ ਅਸੀਂ ਕੁਝ ਆਪ ਖੋਜਣ ਦਾ ਯਤਨ ਕਰੀਏ। ਆਖੋ ਸਤਿਨਾਮ ਸ਼੍ਰੀ। ਕੁਝ ਆਪ ਵੇਖਣ ਦਾ ਯਤਨ ਕਰੀਏ। ਇਹਨਾਂ ਤਾਂ ਸਾਨੂੰ ਮਾਰ ਛੱਡਣਾ ਹੈ, ਇਹਨਾਂ ਤਾਂ ਰੋਲ ਛੱਡਣਾ ਕੰਪਨੀਆਂ ਨੇ। ਇਸੇ ਤਰ੍ਹਾਂ ਹੀ ਧਰਮ ਦੀ ਦੁਨੀਆ ਵਿੱਚ ਵੀ ਬਾਬਿਆਂ ਨੇ ਮਨੋਵਿਗਿਆਨ ਬਣਾਇਆ ਹੋਇਆ। ਉਹਨਾਂ ਨੇ ਵੀ ਬੰਦੇ ਦੇ ਮਨ ਦੀ ਦਸ਼ਾ ਪੜ੍ਹੀ ਹੋਈ ਹੈ ਤੇ ਉਹ ਵੀ ਲੋਕਾਂ ਨੂੰ ਹਿਪਨੋਟਾਈਜ਼ ਕਰਕੇ ਬੜਾ ਪਖੰਡ ਦੇ ਡੇਰੇ ਬਣਾ ਲੈਂਦੇ। ਉਹ ਪੀੜ੍ਹੀ ਦਰ ਪੀੜ੍ਹੀ ਲੋਕ ਉਹਨਾਂ ਨੂੰ ਪੂਜੀ ਜਾਂਦੇ ਆ ਤੇ ਰੱਬ ਜਾਣ ਕੇ ਪੂਜਦੇ ਆ, ਉਹਨਾਂ ਨੂੰ ਰੱਬ ਮੰਨ ਕੇ ਪੂਜਦੇ ਆ, ਸੱਚੇ ਗੁਰੂ ਮੰਨ ਕੇ ਪੂਜਦੇ ਆ। ਆਪਣੀ ਕੋਈ ਪ੍ਰਾਪਰਟੀ ਉਹਨਾਂ ਦੇ ਨਾਲ ਲਾ ਦਿੰਦਾ ਹੈ, ਆਪਣੀ ਜਗੀਰ ਉਹਨਾਂ ਦੇ ਨਾਲ ਲਾ ਦਿੰਦਾ ਹੈ, ਆਪਣੇ ਬੱਚਿਆਂ ਨੂੰ ਉੱਥੇ ਛੱਡ ਆਉਂਦਾ ਹੈ। ਕਾਹਦੇ ਵਾਸਤੇ? ਕਿ ਉਹਨਾਂ ਨੂੰ ਰੱਬ ਜਾਣ ਕੇ ਪੂਜਦੇ ਆ। ਪਰ ਵੇਖੋ ਭਲਿਓ, ਕਈ ਵਾਰੀ ਉਹ ਵਹਿਮ ਵਿੱਚ ਹੀ ਜਿਹਨੂੰ ਸੱਚਾ ਮੰਨਦੇ ਨਾ ਉਹ ਪਖੰਡੀ ਹੁੰਦਾ ਤੇ ਪੀੜ੍ਹੀ ਦਰ ਪੀੜ੍ਹੀ ਉਹਨਾਂ ਦੇ ਗੱਦੀਦਾਰ ਫਿਰ ਮੌਜਾਂ ਹੀ ਕਰਦੇ ਰਹਿੰਦੇ। ਆਖੋ ਸਤਿਨਾਮ ਸ਼੍ਰੀ। ਮੌਜਾਂ ਕਰਦੇ ਰਹਿੰਦੇ ਤੇ ਕਰਦੇ ਅੱਜ ਕੱਲ੍ਹ ਪੰਜਾਬ 'ਚ, ਹਿੰਦੁਸਤਾਨ ਦੇ ਵਿੱਚ ਬੜੇ ਬਾਬੇ ਪਖੰਡ ਦੇ ਨਾਮ 'ਤੇ ਆਪਣੇ ਡੇਰੇ ਬਣਾ ਕੇ ਬੈਠੇ ਆ। ਆਹ ਸਰੀਰਾਂ ਵਾਲਾ ਸਿਸਟਮ ਪਤਾ ਮਹਾਰਾਜ ਨੇ ਕਿਉਂ ਖਤਮ ਕੀਤਾ ਸੀ? ਮਹਾਰਾਜ ਨੇ ਕਿਹਾ ਸਰੀਰ ਦਾ ਕੀ ਹੈ ਭਰੋਸਾ, ਇਹਦੇ ਨਾਲ 4 ਸਰੀਰ ਜੁੜਦੇ ਆ, ਸੱਚ ਤੋਂ ਥੱਲੇ ਆ ਜਾਂਦਾ, ਪਖੰਡ ਕਰਨਾ ਸ਼ੁਰੂ ਕਰ ਦਿੰਦਾ। ਅੱਜ ਮੈਂ ਕਥਾ ਕਰ ਰਿਹਾ, ਕਿਸੇ ਨੂੰ ਚੰਗਾ ਲੱਗੀ, 4 ਲੋਕਾਂ ਨੇ ਮੇਰੇ ਦੁਆਲੇ ਹੋ ਜਾਣਾ ਤੇ ਮੇਰੇ 'ਚ ਇੰਨੀ ਹਜੇ ਪਾਵਰ ਨਹੀਂ ਹੈਗੀ ਕਿ ਮੈਂ ਉਸ ਚੀਜ਼ ਨੂੰ ਸੰਭਾਲ ਸਕਾਂ। ਹੋ ਸਕਦਾ ਮੈਂ ਆਪਣੀ ਪੂਜਾ ਕਰਾਉਣ ਲੱਗ ਪਵਾਂ। ਆਖੋ ਸਤਿਨਾਮ ਸ਼੍ਰੀ। ਤੇ ਆਪਣਾ ਹੀ ਪੰਥ ਤੋੜ ਲਵਾਂ, ਆਪਣੀ ਸੰਪਰਦਾ ਬਣਾ ਲਵਾਂ, ਆਪਣੀਆਂ ਮਰਿਆਦਾ ਬਣਾ ਲਵਾਂ। ਕਿਉਂ? ਗੁਰਬਾਣੀ ਪੜ੍ਹਦਿਆਂ ਕੋਈ ਅਕਲ ਤਾਂ ਆਉਂਦੀ ਹੋਈ ਨਾ, ਗੁਰਬਾਣੀ ਪੜ੍ਹਦਿਆਂ ਕੋਈ ਚਲਾਕੀ ਤਾਂ ਆ ਹੀ ਜਾਂਦੀ ਹੈ ਨਾ। ਪਰ ਮਹਾਰਾਜ ਕਹਿੰਦੇ ਨਹੀਂ, ਸਰੀਰਾਂ ਵਾਲਾ ਸਿਸਟਮ ਖਤਮ ਕਰਕੇ ਮਹਾਰਾਜ ਨੇ ਗਿਆਨ ਨਾਲ, ਗੁਰਬਾਣੀ ਨਾਲ, ਜੋਤ ਨਾਲ ਜੋੜਿਆ ਸੀ ਕਿ ਜੋ ਮੈਂ ਇੱਥੇ ਲੈ ਕੇ ਦੇ ਕੇ ਜਾ ਰਿਹਾ ਨਾ, ਇਹ ਮੈਂ ਕੁਰਬਾਨੀਆਂ ਪਾ ਕੇ ਤੇ ਤੁਹਾਨੂੰ ਠੱਪਾ ਲਾ ਕੇ ਦੇ ਕੇ ਜਾ ਰਿਹਾ ਕਿ ਇਹ ਰੱਬ ਨੂੰ ਮਿਲਣ ਦਾ ਰਾਹ ਹੈ, ਦੂਜਾ ਕੋਈ ਰਾਹ ਨਹੀਂ। ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ। ਇਹ ਕਿਉਂ ਕਿਹਾ ਸੀਗਾ ਕਿ ਮਹਾਰਾਜ ਕਹਿੰਦੇ ਸੀ ਤੁਸੀਂ ਇੱਥੇ ਵਿਸ਼ਵਾਸ ਕਰਨਾ। ਕਿਉਂ? ਕਿਉਂਕਿ ਮੈਂ ਆਪ ਤੁਹਾਡੇ ਭਲੇ ਵਾਸਤੇ ਆਇਆ ਤੇ ਤੁਹਾਨੂੰ ਕਿਵੇਂ ਜੋੜਨਾ ਹੈ, ਮੈਂ ਆਪ ਕੁਰਬਾਨੀਆਂ ਕੀਤੀਆਂ ਨੇ। ਕੁਰਬਾਨੀ ਤੋਂ ਬਗੈਰ ਯਕੀਨ ਨਹੀਂ ਬਣ ਸਕਦਾ। ਕੁਰਬਾਨੀਆਂ ਕੀਤੀਆਂ ਨੇ ਗੁਰੂ ਸਾਹਿਬ ਨੇ ਤੇ ਆਪਣਾ ਸਰਬੰਸ ਤੱਕ ਕੁਰਬਾਨ ਕਰਕੇ ਫਿਰ ਸਾਨੂੰ ਤਤ ਨਾਲ ਜੋੜਿਆ, ਲੋਕਾਈ ਨੂੰ ਰਾਹ ਵਿਖਾਇਆ, ਇੱਕ ਪੰਥ ਬਣਾਇਆ ਤੇ ਪੰਥ ਦੀ ਮਰਿਆਦਾ ਬਣਾ ਕੇ ਗੁਰੂ ਗ੍ਰੰਥ ਸਾਹਿਬ ਦੇ ਤਾਬਿਆਦਾਰ ਕੀਤਾ ਕਿ ਭਲਿਓ ਇਹ ਜੀਵਨ ਦਾ ਰਾਹ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਤੁਹਾਨੂੰ ਧੋਖਾ ਨਹੀਂ ਦੇਗਾ। ਹਾਂ, ਕੋਈ ਬੰਦਾ ਦੇ ਸਕਦਾ ਹੈ। ਆਖੋ ਸਤਿਨਾਮ ਸ਼੍ਰੀ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅਰਥ ਗਲਤ ਕਰਕੇ ਕੋਈ ਬੰਦਾ, ਕੋਈ ਬਾਬਾ ਪਖੰਡ ਕਰ ਸਕਦਾ ਹੈ। ਤੁਸੀਂ ਕਿਸੇ ਬਾਬੇ ਨੂੰ ਨਾ ਮੰਨਿਆ ਜੇ, ਤੁਸੀਂ ਕਿਸੇ ਪ੍ਰੋਫੈਸਰ ਨੂੰ ਨਾ ਮੰਨਿਆ ਜੇ, ਤੁਸੀਂ ਕੋਈ ਸੰਪਰਦਾਈ ਲੋਕਾਂ ਨੂੰ ਨਾ ਮੰਨਿਆ ਜੇ। ਤੁਸੀਂ ਕਿਹਨੂੰ ਮੰਨਣਾ? ਗੁਰਬਾਣੀ ਨੂੰ ਮੰਨਣਾ। ਗੁਰਬਾਣੀ ਦੇ ਆਧਾਰ 'ਤੇ ਕੋਈ ਪ੍ਰੋਫੈਸਰ ਚੰਗਾ ਹੈ ਤੇ ਵਧੀਆ ਸਤਿਕਾਰ ਕਰੋ, ਕੋਈ ਬਾਬਾ ਚੰਗਾ ਗੁਰਬਾਣੀ ਦੇ ਆਧਾਰ 'ਤੇ ਤੁਸੀਂ ਉਹਦਾ ਸਤਿਕਾਰ ਕਰੋ, ਨਫ਼ਰਤ ਨਹੀਂ ਕਰਨੀ। ਪਰ ਮਹਾਰਾਜ ਕਹਿੰਦੇ ਉਹਨੂੰ ਰੱਬ ਨਹੀਂ ਮੰਨਣਾ। ਆਖੋ ਸਤਿਨਾਮ ਸ਼੍ਰੀ। ਜੇ ਤੁਸੀਂ ਕਿਸੇ ਸੰਤ ਮਹਾਤਮਾ ਨੂੰ ਆਪਣਾ ਗੁਰੂ ਮੰਨ ਲਿਆ ਨਾ, ਫਿਰ ਉਹਦੀਆਂ ਗਲਤ ਗੱਲਾਂ ਵੀ ਮੰਨੋਗੇ, ਕਿਉਂਕਿ ਗੁਰੂ ਦੀ ਗੱਲ ਮੰਨਣੀ ਪੈਂਦੀ ਹੈ, ਭਾਵੇਂ ਜਾਇਜ਼ ਹੋਵੇ ਭਾਵੇਂ ਨਜਾਇਜ਼ ਹੋਵੇ, ਕਿਉਂਕਿ ਸ਼ਰਧਾ ਹੈ ਹੀ ਇਸ ਤਰ੍ਹਾਂ ਦੀ ਹੈ। ਤੇ ਉਹ ਫਿਰ ਜਿਹੜੇ ਬਾਬੇ ਆਪ ਨਹੀਂ ਸਮਝਦਾਰ ਹੁੰਦੇ, ਆਪਣੇ ਕੋਲੇ ਉਹਨਾਂ ਦਾ ਗੁਰੂ ਨਾਲ ਕੋਈ ਤਾਲਮੇਲ ਨਹੀਂ ਹੁੰਦਾ, ਤੇ ਜਾਂ ਆਪਣੀ ਉਹਨਾਂ ਦੀ ਮੱਤ ਬੜੀ ਛੋਟੀ ਹੁੰਦੀ ਹੈ, ਕੁਝ ਕੁ ਉਹਨਾਂ ਨੂੰ ਮਿਲਿਆ ਹੁੰਦਾ ਹੈ, ਕੁਝ ਗੱਲਾਂ ਆਪਣੀਆਂ ਨਾਲ ਜੋੜੀਆਂ ਹੁੰਦੀਆਂ, ਫਿਰ ਉਹ ਆਪਣੇ ਚੇਲਿਆਂ ਨੂੰ ਵੀ ਉਹ ਗੱਲਾਂ ਸਿਖਾ ਜਾਂਦੇ। ਫਿਰ ਸਾਰੀ ਉਮਰ ਉਹ ਵਿਚਾਰੇ ਬੋਝ ਹੀ ਚੱਕੀ ਰੱਖਦੇ ਆ ਆਪਣੇ ਸਿਰ ਤੇ ਇਹਦੇ ਨਾਲ ਕੀ ਹੁੰਦਾ ਹੈ? ਲੜਾਈਆਂ, ਝਗੜੇ, ਫਸਾਦ। ਨਹੀਂ ਤੇ ਇਹ ਪੰਥ ਬੜਾ ਨਿਰਾਲਾ ਹੈ। ਆਖੋ ਸਤਿਨਾਮ ਸ਼੍ਰੀ। ਇਹ ਪੰਥ ਬੜਾ ਨਿਰਾਲਾ ਹੈ, ਬੜਾ ਨਿਵੇਕਲਾ ਹੈ ਤੇ ਬੜਾ ਵਿਸ਼ਾਲ ਦਾਇਰਾ ਹੈ ਇਹਦਾ, ਜਿੰਦੀ ਕੋਈ ਸੀਮਾ ਨਹੀਂ ਹੈ। ਪਰ ਸਾਨੂੰ ਹਿਪਨੋਟਾਈਜ਼ ਕੀਤਾ ਜਾਂਦਾ ਹੈ। ਤੇ ਮੈਂ ਆਪ ਜੀ ਨੂੰ ਇਹ ਸਾਖੀ ਸੁਣਾਉਣੀ ਸੀਗੀ ਨੂਰ ਸ਼ਾਹ ਦੀ। ਇਹ ਇੱਕ ਜਾਦੂਗਰ ਸੀਗਾ ਤੇ ਲੋਕਾਂ ਨੂੰ ਆਪਣੇ ਵੱਸ ਵਿੱਚ ਕਰਦਾ ਸੀ ਤੇ ਭਾਈ ਮਰਦਾਨੇ ਨੂੰ ਵੀ ਵੱਸ ਵਿੱਚ ਕਰ ਲਿਆ ਤੇ ਉਹਨੂੰ ਭੇਡੂ ਬਣਾ ਲਿਆ। ਭੇਡੂ ਇੱਥੋਂ ਤੱਕ ਲਿਖਿਆ ਕਿ ਉਹਦਾ ਸਰੀਰ ਬਦਲ ਦਿੱਤਾ। ਪਰ ਭਲਿਓ, ਜਦੋਂ ਇੱਥੇ ਗੱਲ ਸਰੀਰ ਬਦਲਣ ਦੀ ਨਹੀਂ ਹੈ, ਗੱਲ ਤਾਂ ਬੰਦੇ ਦੀ
ਅੰਦਰ ਦੀ ਸੋਚ ਬਦਲਦੀ ਹੈ। ਭੇਡੂ ਦਾ ਮਤਲਬ ਕੀ ਹੁੰਦਾ ਹੈ ਕਿ ਜੋ ਉਹਨੂੰ ਦਿਸ਼ਾ ਦੇਈ ਜਾਓਗੇ, ਜੋ ਨਿਰਦੇਸ਼ ਦੇਈ ਜਾਓਗੇ, ਉਹਨੇ ਸੋਚਣਾ ਨਹੀਂ ਹੈ ਕਿ ਸੱਚ ਕੀ ਹੈ ਝੂਠ ਕੀ ਹੈ, ਉਹਨੇ ਉਸੇ ਮੁਤਾਬਕ ਕੰਮ ਕਰੀ ਜਾਣੇ ਆ। ਤੇ ਇਹ ਨੂਰ ਸ਼ਾਹ ਜਾਦੂਗਰਨੀ ਨੇ ਇਕੱਲੇ ਇਸ ਨੂੰ ਨਹੀਂ, ਬੜੇ ਬੜੇ ਬੋਧੀਆਂ ਨੂੰ, ਬੜੇ ਬੜੇ ਜੈਨੀਆਂ ਨੂੰ, ਬੜੇ ਬੜੇ ਫਕੀਰਾਂ ਨੂੰ, ਬੜੇ ਬੜੇ ਆਪਣੇ ਆਪ ਨੂੰ ਵੱਡੇ ਵੱਡੇ ਸੰਤ ਕਹਾਉਣ ਵਾਲਿਆਂ ਨੂੰ ਨੇ ਆਪਣਾ ਗੁਲਾਮ ਕੀਤਾ ਸੀ, ਭੇਡੂ ਬਣਾਇਆ ਹੋਇਆ ਸੀਗਾ। ਤੇ ਉਹ ਭੇਡੂ ਬਣਾ ਕੇ ਰੱਖਦੀ ਸੀ, ਆਪਣਾ ਗੁਲਾਮ ਬਣਾ ਕੇ ਰੱਖਦੀ ਸੀਗੀ। ਤੇ ਉਹ ਕਿਵੇਂ ਗੁਲਾਮ? ਉਹ ਨੂਰ ਸ਼ਾਹ ਇੱਕ ਜਾਦੂਗਰ ਨਹੀਂ ਸੀ। ਪਹਿਲਾਂ ਨੂਰ ਸ਼ਾਹ ਫਕੀਰ ਕੋਈ ਜਾਦੂਗਰ ਹੋਇਆ ਸੀਗਾ, ਉਹਦੇ ਨਾਮ ਤੇ ਗੱਦੀ ਚੱਲਦੀ ਸੀ ਨੂਰ ਸ਼ਾਹ। ਤੇ ਉਹ ਇੱਕ ਔਰਤ ਸੀ ਜੋ ਲੋਕਾਂ ਨੂੰ ਆਪਣੇ ਗੁਲਾਮ ਬਣਾ ਕੇ, ਆਪਣੇ ਭੇਡੂ ਬਣਾ ਕੇ ਰੱਖਦੀ ਸੀ। ਤੇ ਉਹ ਲੋਕ ਕਿਵੇਂ ਭੇਡੂ ਬਣਦੇ ਸਨ, ਕਿਵੇਂ ਗੁਲਾਮ ਬਣਦੇ ਸਨ, ਉਹ ਆਪਾਂ ਆਉਣ ਵਾਲੇ ਦੀਵਾਨ ਵਿੱਚ ਸਰਵਣ ਕਰਾਂਗੇ ਕਿ ਭਾਈ ਮਰਦਾਨਾ ਜੀ ਨੂੰ ਉਹਨੇ ਕਿਵੇਂ ਭੇਡੂ ਬਣਾ ਲਿਆ, ਕਿਵੇਂ ਆਪਣਾ ਗੁਲਾਮ ਕਰ ਲਿਆ, ਤੇ ਕਿਵੇਂ ਗੁਰੂ ਸਾਹਿਬ ਜੀ ਨੇ ਫਿਰ ਉਹਨੂੰ ਛਡਾਇਆ। ਫਿਰ ਉੱਥੇ ਜਿਹੜੇ ਜਿਹੜੇ ਲੋਕ ਸਨ ਉਹਨਾਂ ਦਾ ਭਲਾ ਕਿਵੇਂ ਕੀਤਾ। ਫਿਰ ਉਹ ਕਿਹੜੀਆਂ ਕਮਜ਼ੋਰੀਆਂ ਸਨ, ਕਿਹੜੀਆਂ ਕਮਜ਼ੋਰੀਆਂ ਨੇ ਜਿਹੜਾ ਬੰਦਾ ਕਿਸੇ ਦੀ ਗਲਤ ਸੋਚ ਦਾ ਗੁਲਾਮ ਹੋ ਜਾਂਦਾ ਹੈ। ਕਿਉਂ ਸਾਡੇ ਸਿੱਖਾਂ ਦਾ ਵੀ ਐਡਾ ਵੱਡਾ ਗੁਰੂ ਹੁੰਦਿਆਂ ਹੋਇਆਂ ਵੀ ਅਸੀਂ ਭੇਡੂ ਬਣ ਜਾਂਦੇ ਹਾਂ। ਆਖੋ ਸਤਿਨਾਮ ਸ਼੍ਰੀ। ਕਿਉਂਕਿ ਗੁਰੂ ਨਾਨਕ ਤੋਂ ਵੱਡਾ ਤਾਂ ਕੋਈ ਨਹੀਂ ਨਾ। ਤੇ ਭਾਈ ਮਰਦਾਨਾ ਜੀ ਉਦੋਂ ਨਾਲ ਰਹਿੰਦੇ ਸਨ ਤੇ ਉਹਨਾਂ ਦੇ ਵੱਡਾ ਸਿੱਖ ਵੀ ਕੋਈ ਨਹੀਂ। ਤੇ ਜੇ ਉਹ ਉਹਦੀਆਂ ਗੱਲਾਂ 'ਚ ਆ ਕੇ ਭੇਡੂ ਬਣ ਸਕਦੇ ਆ ਤੇ ਸਾਡਾ ਕੀ ਬਣੇਗਾ? ਆਖੋ ਸਤਿਨਾਮ ਸ਼੍ਰੀ। ਸਾਡਾ ਕੀ ਬਣੇਗਾ? ਤਾਂ ਭੇਡੂ ਨਾ ਬਣੀਏ, ਭੇਡ ਨਾ ਬਣੀਏ, ਗੁਰੂ ਦੇ ਸਿੱਖ ਬਣੀਏ। ਕਿ ਗੁਰੂ ਕਹਿੰਦਾ ਕਿ ਉਹਨੂੰ ਥੋੜ੍ਹਾ ਜਿਹਾ ਖੁੱਲ੍ਹੇ ਦਿਮਾਗ ਨਾਲ ਸੋਚਿਆ ਕਰੋ ਕਿ ਮੇਰਾ ਗੁਰੂ ਕੀ ਕਹਿੰਦਾ ਹੈ, ਗੁਰਬਾਣੀ ਕੀ ਕਹਿੰਦੀ ਹੈ। ਉਹ ਅਸੀਂ ਵੇਖਣਾ ਹੈ ਗੁਰਬਾਣੀ ਦੇ ਆਧਾਰ 'ਤੇ, ਤਾਂ ਹੀ ਸਾਨੂੰ ਕੋਈ ਸਿੱਖ ਕਹੇਗਾ। ਨਹੀਂ ਤੇ ਭੇਡਾਂ ਵਾਲੇ ਕੰਮ ਉਹਨਾਂ ਲੋਕਾਂ ਦੇ ਵੀ ਤੇ ਸਾਡੇ ਵੀ ਹੋ ਜਾਣਗੇ। ਫਰਕ ਤਾਂ ਕੋਈ ਨਹੀਂ ਨਾ। ਗੱਲ ਕੋਈ ਸਰੀਰ ਦੀ ਨਹੀਂ ਹੈ, ਗੱਲ ਇੱਕ ਸੋਚ ਦੀ ਹੈ। ਜਿਹੜੀ ਭੇਡ ਦੀ ਉਦਾਹਰਨ ਦਿੱਤੀ ਜਾਂਦੀ ਹੈ ਨਾ, ਕਿ ਇੱਕ ਭੇਡ ਜਿੱਧਰ ਨੂੰ ਚੱਲਦੀ ਹੈ ਬਾਕੀ ਸਾਰੀਆਂ ਉੱਧਰ ਨੂੰ ਚੱਲਦੀਆਂ ਹੈ। ਉਹ ਨਹੀਂ ਵਿਚਾਰਦੀਆਂ ਕਿ ਟੋਇਆ ਹੈ, ਖਾਈ ਹੈ, ਨਹਿਰ ਹੈ, ਖੱਡਾ ਹੈ, ਕੀ ਹੈ। ਉਹਨਾਂ ਬਸ ਛਾਲ ਮਾਰਨੀ ਹੁੰਦੀ, ਪਿੱਛੇ ਲੱਗ ਕੇ ਛਾਲ ਮਾਰਨੀ ਹੁੰਦੀ। ਉਹਨਾਂ ਨੂੰ ਕੁਝ ਨਹੀਂ ਪਤਾ, ਇੱਕ ਨੇ ਮਾਰੀ, ਦੂਜੀ ਨੇ ਮਾਰੀ, ਤੀਜੀ ਨੇ, ਛਾਲਾਂ ਮਾਰਨੀਆਂ। ਉਹਨੂੰ ਭੱਜ ਭੱਜ ਛਾਲਾਂ ਮਾਰਦੇ। ਇਸੇ ਤਰ੍ਹਾਂ ਹੀ ਅਸੀਂ ਵੀ ਆਪਣੀ ਮਾੜੀ ਮੱਤ ਦੇ ਗੁਲਾਮ ਬਣੇ ਹੋਏ ਆ। ਕਦੀ ਕਿਸੇ ਬਾਬੇ ਦੇ ਪਿੱਛੇ ਲੱਗ ਕੇ ਆਪਣਾ ਸਭ ਕੁਝ ਬਰਬਾਦ ਕਰ ਦਿੰਦੇ ਆ, ਕਿਸੇ ਸਿੰਗਰ ਦੇ ਪਿੱਛੇ ਲੱਗ ਕੇ ਕਰਦੇ ਆ, ਕਿਸੇ ਨੇਤਾ ਦੇ ਪਾਰਟੀ ਦੇ ਪਿੱਛੇ ਲੱਗ ਕੇ ਕਰਦੇ ਆ, ਕਿਸੇ ਕੰਪਨੀ ਦੇ ਪਿੱਛੇ ਲੱਗ ਕੇ ਕਰਦੇ ਆ, ਕਦੀ ਕਿਸੇ ਦੇ ਪਿੱਛੇ ਲੱਗਦੇ ਆ। ਉਹ ਭਲਿਓ ਤੁਸੀਂ ਆਪਣੇ ਆਪ ਦੇ ਪਿੱਛੇ ਕਿੱਦਣ ਲੱਗੋਗੇ? ਆਖੋ ਸਤਿਨਾਮ ਸ਼੍ਰੀ। ਜਿਹੜੀ ਤੁਹਾਡੀ ਜ਼ਮੀਰ ਕਹਿੰਦੀ ਆ ਉਹਦੀ ਗੱਲ ਕਿੱਦਣ ਮੰਨੋਗੇ? ਲੋਕਾਂ ਦੀ ਉਹ ਮੰਨੀ ਜਾਣੀ, ਆਪਣੀ ਵੀ ਮੰਨ ਕੇ ਵੇਖੋ। ਆਪਣੇ ਰਾਜੇ ਖੁਦ ਬਣੋ, ਤੁਹਾਨੂੰ ਬਾਦਸ਼ਾਹ ਬਣਾਇਆ ਹੈ। ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ। ਤੇ ਉਹ ਮੰਨੋਗੇ ਤਾਂ ਜੇ ਗੁਰਬਾਣੀ ਨੂੰ ਮੰਨੋਗੇ, ਗੁਰਬਾਣੀ ਨੂੰ ਪੜ੍ਹੋਗੇ, ਗੁਰਬਾਣੀ ਨੂੰ ਸਮਝੋਗੇ ਤਾਂ ਗੱਲ ਬੰਨੀ। ਉੱਦਾਂ ਨਹੀਂ। ਉੱਦਾਂ ਤਾਂ ਸਾਨੂੰ ਅਜੇ ਪਤਾ ਹੀ ਨਹੀਂ ਅਸੀਂ ਕਿੱਥੇ ਤੁਰੇ ਫਿਰਦੇ ਹਾਂ, ਵਹਿਮ 'ਚ ਹੀ ਤੁਰੇ ਫਿਰਦੇ ਹਾਂ। ਤਾਂ ਵਹਿਮ ਕੱਢਣੀ ਤਾਂ ਬਾਬਾ ਨਾਨਕ ਆਇਆ, ਉਹ ਛੱਡਦਾ ਨਹੀਂ ਵਹਿਮ ਕਿਸੇ ਦੇ ਵੀ, ਉਹ ਵਹਿਮ ਕੱਢ ਦਿੰਦਾ ਸਾਰੇ। ਤੇ ਵਹਿਮ ਕੱਢਣੇ ਆ ਗੁਰੂ ਨਾਨਕ ਦੀ ਬਾਣੀ ਨੇ, ਜੇ ਸੁਣੋਗੇ ਤਾਂ। ਉੱਦਾਂ ਨਹੀਂ ਗੱਲ ਬੰਨੀ। ਸੋ ਮਹਾਰਾਜ ਕਿਰਪਾ ਕਰਨ, ਆਪਾਂ ਗੁਰਬਾਣੀ ਨਾਲ ਜੁੜੀਏ, ਨਾਮ ਨਾਲ ਜੁੜੀਏ। ਸਾਹਿਬ ਜੀ ਸਰਬੱਤ ਦਾ ਭਲਾ ਕਰਨ। ਇੱਕ ਨਹੀਂ ਅਨੇਕਾਂ ਭੁੱਲਾਂ ਹੋ ਜਾਂਦੀਆਂ, ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।